ਵਿੱਚ ਅੱਜ ਗੱਲ G20 ਦਾ ਸੰਮੇਲਨ ਭਾਰਤ ਦੇ ਵਿੱਚ ਹੋਇਆ, ਬਹੁਤ ਸਕਸੈਸਫੁਲ ਹੋਇਆ। ਪਰ ਪ੍ਰਾਈਮ ਟਾਈਮ ਦੇ ਵਿੱਚ ਗੱਲ ਉਸ ਮੈਸੇਜ ਦੀ ਜੋ ਭਾਰਤ ਨੇ G20 ਦੀ ਸਟੇਜ ਦੇ ਜ਼ਰੀਏ ਦੁਨੀਆ ਅਤੇ ਖਾਸ ਤੌਰ ਤੇ ਵੱਖਵਾਦੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਾਂ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਕਿ ਖਾਲਿਸਤਾਨੀਆਂ ਨੂੰ ਵੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ ਦੁਨੀਆ ਭਰ ਦੇ ਆਗੂ ਭਾਰਤ ਦੇ ਵਿੱਚ ਆਏ, ਜਿਨ੍ਹਾਂ ਦੇ ਵਿੱਚ ਨਾਮ ਬ੍ਰਿਟਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਵੀ ਸੀ, ਜਿਸ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਸੀ, ਜਿਸ ਦੇ ਵਿੱਚ ਨਾਮ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਵੀ ਸੀ। ਖਾਸ ਨਜ਼ਰਾਂ UK ਤੇ ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਜ਼ਰੂਰ ਰਹੀਆਂ ਨੇ। ਉਹਨਾਂ ਦੋਵੇਂ ਆਗੂਆਂ ਦੀ ਸਟੇਟਮੈਂਟ ਅੱਗੇ ਤੁਹਾਨੂੰ ਸੁਣਾਵਾਂਗੇ, ਪਰ ਦੋਵਾਂ ਦੀ ਸਟੇਟਮੈਂਟ ਇੱਕ ਤਰੀਕੇ ਨਾਲ ਇਹ ਦੱਸਣ ਦੇ ਲਈ ਕਾਫੀ ਹੈ ਕਿ ਜੋ ਭਾਰਤ ਗੱਲ ਪਿਛਲੇ ਕੁਝ ਸਮੇਂ ਤੋਂ ਕਹਿੰਦਾ ਨਜ਼ਰ ਆਇਆ, ਖਾਸ ਤੌਰ ਤੇ ਦੇਸ਼ ਵਿਰੋਧੀ ਸਰਗਰਮੀਆਂ ਜੋ ਉਹਨਾਂ ਦੇ ਮੁਲਕ ਦੇ ਵਿੱਚ ਚੱਲਦੀਆਂ ਨੇ ਜਾਂ ਚੱਲ ਰਹੀਆਂ ਨੇ, ਉਹਨਾਂ ਦੇ ਖਿਲਾਫ ਆਵਾਜ਼ ਜੋ ਭਾਰਤ ਨੇ ਚੁੱਕੀ ਹੈ, ਉਸ ਨੂੰ ਲੈ ਕੇ ਬਹੁਤ ਕਰੜਾ ਸੁਨੇਹਾ ਰਿਸ਼ੀ ਸੁਨਕ ਦੀ ਸਟੇਟਮੈਂਟ ਦੇ ਵਿੱਚ ਵੀ ਸੀ, ਬ੍ਰਿਟਨ ਦੇ ਪ੍ਰਧਾਨ ਮੰਤਰੀ ਦੀ, ਤੇ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਕੁਝ ਇਸ ਤਰੀਕੇ ਦੀ ਸਟੇਟਮੈਂਟ ਦਿੱਤੀ ਗਈ। ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ, ਇਹ ਅਧਿਕਾਰ ਲੋਕਤੰਤਰਿਕ ਦੇਸ਼ਾਂ ਦੇ ਵਿੱਚ ਚਾਹੇ ਭਾਰਤ ਹੋਵੇ ਹੋਰ ਦੇਸ਼ ਹੋਣ ਉੱਥੇ ਹੁੰਦੇ ਨੇ, ਤਾਂ ਕੈਨੇਡਾ ਵੀ ਉਸ ਦੀ ਹਿਮਾਇਤ ਕਰਦਾ ਨਜ਼ਰ ਆਇਆ। ਪਰ ਇਹ ਵੀ ਕਿਹਾ ਗਿਆ ਕਿ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤਾਂ ਅੱਜ ਚਰਚਾ ਇਸ ਪ੍ਰਾਈਮ ਟਾਈਮ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇਸ ਗੱਲ ਦੇ ਉੱਤੇ, ਇਸ ਮੁੱਦੇ ਉੱਤੇ ਹੀ ਕਿ ਵਾਕਈ ਭਾਰਤ, ਸਾਡਾ ਦੇਸ਼ ਜਾਂ ਸਾਡੇ ਦੇਸ਼ ਦੀ ਸਰਕਾਰ ਵੱਖਵਾਦੀਆਂ ਦੇ ਖਿਲਾਫ ਦੁਨੀਆ ਨੂੰ ਇਕਜੁੱਟ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਜਾਂ ਹੋ ਰਹੀ ਹੈ, ਕਿ ਇਸ ਦਾ ਅਸਰ ਸਿੱਧੇ ਤੌਰ ਦੇ ਉੱਤੇ ਉਹਨਾਂ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੋ ਖਾਲਿਸਤਾਨੀ ਸਰਗਰਮੀਆਂ ਦੇ ਜ਼ਰੀਏ ਆਪਣੀਆਂ ਦੁਕਾਨਾਂ ਚਲਾ ਰਹੇ ਨੇ, ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠ ਕੇ, ਖਾਸ ਤੌਰ ਤੇ ਕੈਨੇਡਾ ਦੇ ਵਿੱਚ ਬੈਠ ਕੇ। ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦੇ ਵਿੱਚ ਆਪਰੇਸ਼ਨ ਅੰਮ੍ਰਿਤਪਾਲ ਚਲਾਇਆ ਗਿਆ ਤੇ ਉਸ ਤੋਂ ਬਾਅਦ ਅੰਬੈਸੀਜ਼ ਨੂੰ ਟਾਰਗੇਟ ਕੀਤਾ ਗਿਆ, UK ਦੇ ਵਿੱਚ ਸੈਨ ਫਰਾਂਸਿਸਕੋ, ਉਸ ਦੇ ਨਾਲ ਕੈਨੇਡਾ ਦੇ ਓਟਾਵਾ ਦੇ ਵਿੱਚ ਵੀ ਮਾਰਚ ਤੇ ਜੁਲਾਈ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ। ਔਰ ਸਾਡੇ ਦੇਸ਼ ਦੇ ਵਿੱਚ ਵੀ ਗੁਰਪਤਵੰਤ ਸਿੰਘ ਪੰਨੂ ਵਰਗੇ ਕਈ ਸ਼ਖਸ ਨੇ ਜਿਹੜੇ ਵਿਦੇਸ਼ ਦੇ ਵਿੱਚ ਬੈਠ ਕੇ ਇਹ ਕੋਸ਼ਿਸ਼ਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵਰਗਲਾਇਆ ਜਾਵੇ, ਕੁਝ ਡਾਲਰਾਂ ਦੀ ਲਾਲਚ ਦੇ ਕੇ ਉਹਨਾਂ ਤੋਂ ਖਾਲਿਸਤਾਨੀ ਨਾਰੇ ਜਾਂ ਫਿਰ ਇਸ ਤਰੀਕੇ ਨਾਲ ਝੰਡੇ ਲਹਿਰਾਉਣ ਨੂੰ ਕਹਿ ਦਿੱਤਾ ਜਾਂਦਾ ਹੈ। ਖੈਰ ਅੱਜ ਚਰਚਾ ਇਸ ਮੁੱਦੇ ਦੀ ਹੀ ਕਰਾਂਗੇ ਕਿ ਪੰਜਾਬ ਤੋਂ ਲੈ ਕੇ ਕੈਨੇਡਾ ਜਾਂ ਜਿੱਥੇ ਵੀ ਵੱਖਵਾਦੀ ਪੰਜਾਬ ਵਿਰੋਧੀ ਜਾਂ ਭਾਰਤ ਵਿਰੋਧੀ ਕੋਈ ਸਰਗਰਮੀਆਂ ਕਰਦੇ ਨੇ, ਉਹਨਾਂ ਦੀ ਮੌਜੂਦਾ ਸਥਿਤੀ ਕੀ ਹੈ, G20 ਦਾ ਕਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਜਾਂ ਪੈ ਸਕਦਾ ਹੈ। ਅੱਜ ਚਰਚਾ ਕਰਾਂਗੇ ਭਾਰਤ ਦੇ ਮੈਸੇਜ ਦੀ, ਉਸ ਮੈਸੇਜ ਦੀ ਜੋ ਵੱਖਵਾਦੀਆਂ ਨੂੰ ਦਿੱਤਾ ਗਿਆ, ਜੋ ਮੈਸੇਜ ਹੈ ਬਿਲਕੁਲ ਲਾਊਡ ਅਤੇ ਕਲੀਅਰ। ਅੱਜ ਚਰਚਾ ਉਸ ਦੇ ਉੱਤੇ, ਸ਼ੁਰੂਆਤ ਹਰ ਰੋਜ਼ ਦੀ ਤਰ੍ਹਾਂ ਇੱਕ ਰਿਪੋਰਟ ਦੇ। ਬੀਤੇ ਦਿਨਾਂ ਵਿੱਚ ਦੁਨੀਆ ਦੇ ਵੱਖੋ-ਵੱਖ ਹਿੱਸਿਆਂ ਤੋਂ ਵੱਖਵਾਦੀ ਸੋਚ ਵਾਲੇ ਗੁੱਟਾਂ ਦੀ ਭਾਰਤ ਦੇ ਲਈ ਨਫ਼ਰਤ ਜਿਸ ਤਰੀਕੇ ਸਾਹਮਣੇ ਆਈ ਸੀ, ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਸਨ। ਫਿਰ ਮਸਲਾ ਸੱਤ ਸਮੁੰਦਰ ਪਾਰ ਧਾਰਮਿਕ ਥਾਵਾਂ ਤੇ ਖਾਲਿਸਤਾਨ ਪੱਖੀ ਨਾਰੇ ਲਿਖਣ ਦਾ ਹੋਵੇ ਜਾਂ ਭਾਰਤੀ ਕੌਂਸਲੇਟ ਜਾਂ ਸਫਾਰਤਖਾਨਿਆਂ ਸਾਹਮਣੇ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਕੇ ਤਿਰੰਗੇ ਦੀ ਬੇਅਦਬੀ ਕਰਨ ਦਾ। ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਵੱਖੋ-ਵੱਖ ਮੁਲਕਾਂ ਦੀਆਂ ਸਰਕਾਰਾਂ ਦੀ ਨੀਤੀ ਅਤੇ ਨੀਅਤ ਤੇ ਵੀ ਉੱਠੇ। G20 ਸਮਿਟ ਦੇ ਮੌਕੇ ਭਾਰਤ ਨੇ ਆਪਣੀ ਫਿਕਰ ਇਹਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਹੋਈ ਮੁਲਾਕਾਤ ਦੇ ਵਿੱਚ ਖੁੱਲ੍ਹ ਕੇ ਜ਼ਾਹਿਰ ਕੀਤੀ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣ ਜਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਦੋਵਾਂ ਨੇ ਸਵੀਕਾਰਿਆ ਕਿ ਬਾਕੀ ਜੋ ਵੀ ਹੋਵੇ ਪਰ ਦਹਿਸ਼ਤਗਰਦੀ ਅਤੇ ਖੂਨ ਖਰਾਬਾ ਪੱਖੀ ਸੋਚ ਬਰਦਾਸ਼ਤ ਨਹੀਂ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਇਜ਼ਹਾਰ ਦੀ ਆਜ਼ਾਦੀ ਤਾਂ ਸਵੀਕਾਰ ਹੈ ਪਰ ਨਫ਼ਰਤ ਦੀ ਸੋਚ ਨਹੀਂ। Over the years with Prime Minister Modi, we've had many conversations on both of those issues. Obviously, Canada will always defend freedom of expression, freedom of conscience, freedom of peaceful protest. That's something that's extremely important to us. At the same time as we're always there to prevent violence, to push back against hatred. I think on the issue of the community, it's important to remember that the actions of the few do not represent the entire community or Canada. ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤਾਂ ਸਪਸ਼ਟ ਕਰ ਹੀ ਚੁੱਕੇ ਸਨ ਕਿ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ਬ੍ਰਿਟੇਨ ਵਿੱਚ ਕਿਸੇ ਵੀ ਤਰੀਕੇ ਦਾ ਉਗਰਵਾਦ ਜਾਂ ਹਿੰਸਾ ਬਰਦਾਸ਼ਤ ਨਹੀਂ ਹੈ ਅਤੇ ਅਸੀਂ ਭਾਰਤ ਸਰਕਾਰ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ। Really important question, and let me just say unequivocally that no form of extremism or violence like that is acceptable
in the UK, and that's why we are working very closely with the Indian government to particularly tackle PKE, pro-Khalistan extremism. ਦੱਸ ਦਈਏ ਕਿ G20 ਸਮਿਟ ਦੇ ਸਮਾਪਨ ਮੌਕੇ ਪ੍ਰਧਾਨ ਮੰਤਰੀ ਨੇ ਵੀ ਆਪਣੀ ਤਕਰੀਰ ਵਿੱਚ ਦਹਿਸ਼ਤਗਰਦੀ ਖਿਲਾਫ ਪੂਰੀ ਦੁਨੀਆ ਨੂੰ ਇਕਜੁੱਟ ਹੋਣ ਦੀ ਸੋਚ ਤੇ ਅੱਗੇ ਵਧਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਈਬਰ ਦੁਨੀਆ ਦੇ ਰਾਹੀਂ ਦਹਿਸ਼ਤਗਰਦੀ ਨੂੰ ਜਿਹੜੀ ਮਦਦ ਮਿਲ ਰਹੀ ਹੈ ਉਹ ਪੂਰੀ ਦੁਨੀਆ ਦੇ ਲਈ ਫਿਕਰ ਦਾ ਵਿਸ਼ਾ ਹੈ। ਕੁੱਲ ਮਿਲਾ ਕੇ ਇਸ ਕੌਮਾਂਤਰੀ ਸਮਿਟ ਦੇ ਪ੍ਰਬੰਧਨ ਦੇ ਰਾਹੀਂ ਭਾਰਤ ਨੇ ਇੱਕ ਸੁਨੇਹਾ ਦਹਿਸ਼ਤਗਰਦੀ ਖਿਲਾਫ ਪੂਰੀ ਦੁਨੀਆ ਨੂੰ ਦੇ ਦਿੱਤਾ ਹੈ ਕਿ ਦੇਸ਼ ਦੇ ਖਿਲਾਫ ਘੜੀਆਂ ਜਾਣ ਵਾਲੀਆਂ ਸਾਜ਼ਿਸ਼ਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੋਵੇਗੀ। ਚਰਚਾ ਹੋਣੀ ਜ਼ਰੂਰੀ ਕਿਉਂ? ਇਸ ਕਰਕੇ ਹੈ ਕਿਉਂਕਿ ਵਿਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਵਾਪਰਦੀਆਂ ਨੇ ਜਿਸ ਨੂੰ ਇਨਫੈਕਟ ਪੰਜਾਬ ਤੋਂ ਬਾਹਰ ਵੀ, ਦਿੱਲੀ ਮੈਟਰੋ ਸਟੇਸ਼ਨ ਦੇ ਬਾਹਰ ਵੀ ਖਾਲਿਸਤਾਨੀ ਨਾਰੇ ਲਿਖੇ ਗਏ ਕਿ ਇਹਨਾਂ ਦਾ ਕੋਈ ਮਤਲਬ ਹੈ, ਕੋਈ ਵਜੂਦ ਹੈ ਕਿ ਵਾਕਈ ਇਸ ਤਰੀਕੇ ਦੀ ਗੱਲ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਵੱਖਵਾਦੀਆਂ ਨੂੰ ਸੁਨੇਹਾ ਤਾਂ ਇੱਕ ਜ਼ਰੂਰ ਦਿੱਤਾ ਜਾ ਰਿਹਾ, ਚਾਹੇ ਭਾਰਤ ਦੀ ਸਰਕਾਰ ਹੋਵੇ ਜਾਂ ਫਿਰ G20 ਦੇ ਲਈ ਪਹੁੰਚੇ ਮਹਿਮਾਨ, ਚਾਹੇ ਉਹ ਕੈਨੇਡਾ ਦੇ, ਚਾਹੇ ਉਹ ਬ੍ਰਿਟਨ ਦੇ। ਅੱਜ ਚਰਚਾ ਇਸ ਮੁੱਦੇ ਉੱਤੇ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਨਰਿੰਦਰ ਸੰਧੂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਪਰਮਜੀਤ ਸਿੰਘ ਮੰਡ ਜੀ ਜੁੜ ਰਹੇ ਨੇ, ਦਲ ਖਾਲਸਾ ਨੂੰ ਰਿਪਰੈਜ਼ੈਂਟ ਕਰਨਗੇ। ਮੰਡ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਸਾਡੇ ਨਾਲ SS ਚੰਨੀ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਵੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਪੀਰ ਮੁਹੰਮਦ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਅੱਜ ਸ਼ੁਰੂਆਤ BJP ਤੋਂ। ਚੰਨੀ ਜੀ, ਸ਼ੁਰੂਆਤ ਇਸ ਕਰਕੇ ਵੀ ਹੈ ਤੁਹਾਡੇ ਤੋਂ ਕਿਉਂਕਿ ਸੈਂਟਰ ਦੇ ਵਿੱਚ BJP ਦੀ ਸਰਕਾਰ ਹੈ। ਵੱਖਵਾਦੀਆਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਸਟੇਟਮੈਂਟਸ ਆਉਂਦੀਆਂ ਰਹਿੰਦੀਆਂ ਨੇ। ਬ੍ਰਿਟਨ ਦੇ ਪ੍ਰਧਾਨ ਮੰਤਰੀ, ਮੈਂ ਇੱਥੋਂ ਹੀ ਸ਼ੁਰੂਆਤ ਕਰ ਰਿਹਾ, ਬ੍ਰਿਟਨ ਦੇ ਪ੍ਰਧਾਨ ਮੰਤਰੀ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਟੇਟਮੈਂਟਸ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ? ਪੁਆਇੰਟ ਨੰਬਰ 2 ਕਿ ਵਾਕਈ ਹੀ ਪੰਜਾਬ ਦੇ ਵਿੱਚ ਇਸ ਦੀ ਗੱਲ ਹੋਵੇ ਜਾਂ ਨਾ। ਮੈਂ ਇਸ ਕਰਕੇ ਵੀ ਸਵਾਲ ਕਰ ਰਿਹਾ ਕਿਉਂਕਿ ਕਦੇ ਮੋਗਾ ਦੇ ਵਿੱਚ, ਕਦੇ ਪੰਜਾਬ ਦੇ ਕਿਸੇ ਹੋਰ ਹਿੱਸੇ ਦੇ ਵਿੱਚ, ਕਦੇ ਗੁਰਪਤਵੰਤ ਸਿੰਘ ਪੰਨੂ ਕੋਈ ਵੀਡੀਓ ਜਾਰੀ ਕਰਕੇ ਦੱਸ ਦਿੰਦਾ ਕਿ ਫਲਾਣੇ ਦਫ਼ਤਰ ਦੇ ਉੱਤੇ ਜਾ ਕੇ ਝੰਡਾ ਲਗਾ ਦਿਓ ਜਾਂ ਕੋਈ ਸਟicker ਲਗਾ ਦਿਓ ਜਾਂ ਕੋਈ ਲਿਖ ਦਿਓ, ਜਾਂ ਫਿਰ ਕਦੇ G20 ਦੇ ਬਿਲਕੁਲ ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਮੈਟਰੋ ਸਟੇਸ਼ਨ ਦੇ ਬਾਹਰ ਖਾਲਿਸਤਾਨੀ ਨਾਰੇ। ਇਹ ਸਭ ਕੁਝ ਘਟਨਾਕ੍ਰਮ ਵਾਪਰਦਾ, ਚਾਹੇ ਥੋੜੇ ਸਮੇਂ ਬਾਅਦ ਵਾਪਰਦਾ ਹੋਵੇ, ਪਰ ਇਸ ਸਭ ਦੇ ਵਿਚਾਲੇ ਦੋ ਉਹ ਦੇਸ਼ ਜਿੱਥੇ ਖਾਲਿਸਤਾਨੀ ਕਹਿੰਦੇ ਨੇ ਕਿ ਸਾਡੀ ਤਾਦਾਦ ਬਹੁਤ ਜ਼ਿਆਦਾ ਹੈ ਜਾਂ ਵੱਖਵਾਦੀ ਕਹਿੰਦੇ ਨੇ ਕਿ ਸਾਡੀ ਤਾਦਾਦ ਬਹੁਤ ਜ਼ਿਆਦਾ ਹੈ, ਉੱਥੋਂ ਦੇ ਪ੍ਰਧਾਨ ਮੰਤਰੀ ਕਰੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ। ਤੋਂ ਪਹਿਲਾਂ ਤੇ ਮੈਂ ਸਾਰੇ ਭਾਰਤ ਵਰਸ਼ ਨੂੰ ਸਾਰੇ ਇੱਕ ਹੋਰ ਔਰ ਮੈਂ ਰਿਕੁਐਸਟ ਕਰੂੰਗਾ, ਮੈਨੂੰ ਲੱਗਦਾ ਕਿ ਕਿਸੇ ਮਹਿਮਾਨ ਦੇ ਕੋਲ ਜਿਹੜੀ ਟੀਵੀ ਦਾ ਵੋਲਿਊਮ ਹੈ ਉਹ ਔਨ ਹੈ, ਤਾਂ ਇਸ ਕਰਕੇ ਗੱਲਬਾਤ ਕਰਨ ਦੇ ਵਿੱਚ ਦਿੱਕਤ ਹੋਏਗੀ। ਮੈਂ ਪਲੀਜ਼ ਰਿਕੁਐਸਟ ਕਰਾਂਗਾ ਕਿ ਤੁਸੀਂ ਉਹਨਾਂ ਨੂੰ ਬੰਦ ਕਰ ਦਿਓ ਟੀਵੀ ਦੀ ਆਵਾਜ਼ ਨੂੰ। ਚੰਨੀ ਜੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਬਹੁਤ ਬਹੁਤ ਧੰਨਵਾਦ ਦੇਣਾ ਚਾਹੁੰਦਾ ਔਰ ਉਹਦੇ ਭਾਰਤ ਵਰਸ਼ ਇਹ ਇੱਕ ਬਹੁਤ ਹੀ ਚੈਲੰਜ ਵਾਲਾ ਕਿ ਇਵੈਂਟ ਕਰੋ। ਆਪਾਂ ਉਹਦੀਆਂ ਬੜੀਆਂ 200 ਤੋਂ ਉੱਪਰ ਮੀਟਿੰਗਾਂ ਜਗ੍ਹਾ ਮੀਟਿੰਗਾਂ ਦੇ ਵਿੱਚ ਪਰ ਇਹ ਲੋਕ ਪਤਾ ਨਹੀਂ ਕਰ ਇੰਡੀਆ ਕਿਉਂ ਸਾਰਿਆ ਜਿਹੜਾ ਇਕੱਠੀ ਹੋਈ ਉਹਦਾ ਰਿਜ਼ਲਟ ਕੀ ਕੰਸੈਂਸਸ। ਠੀਕ ਹੈ ਚੰਨੀ ਜੀ, ਮੈਂ ਵਿਚਾਲੇ ਰੋਕ ਰਿਹਾ, ਮਾਫੀ ਚਾਹੂੰਗਾ, ਤੁਹਾਡੀ ਆਵਾਜ਼ ਕਲੀਅਰ ਨਹੀਂ ਪਹੁੰਚ ਰਹੀ। ਦਰਸ਼ਕਾਂ ਤੱਕ ਜੋ ਤੁਸੀਂ ਕਹਿਣਾ ਚਾਹ ਰਹੇ ਹੋ ਬਿਲਕੁਲ ਕਲੀਅਰ ਪਹੁੰਚਣਾ ਚਾਹੀਦਾ ਹੈ, ਹਰ ਇੱਕ ਸ਼ਬਦ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜ਼ਰੂਰ ਇਸ ਵਾਲੇ ਪਾਸੇ ਗੌਰ ਕਰੀਏ ਅਸੀਂ ਕਿ ਆਖਿਰ ਨੈਟਵਰਕ ਦਾ ਕੀ ਇਸ਼ੂ ਹੈ ਕਿ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਦਾ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਜਿਵੇਂ ਤੁਸੀਂ ਦੁਬਾਰਾ ਸਾਡੇ ਨਾਲ ਜੁੜਦੇ ਹੋ। ਸੰਘੇੜਾ ਸਾਹਿਬ ਦਾ ਮੈਂ ਇੱਕ ਵਾਰ ਰੁਕ ਕਰਦਾ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸੰਘੇੜਾ ਸਾਹਿਬ, ਦੋ ਪ੍ਰਧਾਨ ਮੰਤਰੀਆਂ ਦੀ ਸਟੇਟਮੈਂਟ ਭਾਰਤ ਆ ਕੇ G20 ਦੀ ਸਟੇਜ ਦੇ ਉੱਤੇ ਵੱਖਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਨੂੰ ਕਿਵੇਂ ਦੇਖਦੀ ਹੈ? ਗੌਰਵ ਜੀ, ਆਮ ਆਦਮੀ ਪਾਰਟੀ ਜਿਹੜੀ ਆ ਇਹਦੀ ਪਾਲਿਸੀ ਜਿਹੜੀ ਹੈਗੀ ਆ, ਨੀਤੀ ਹੈਗੀ ਆ, ਦੇਸ਼ ਭਗਤ ਪਾਰਟੀ ਹੈ ਜੀ ਔਰ ਧਰਮ ਨਿਰਪੱਖ ਪਾਰਟੀ ਹੈ। ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ ਅਸੀਂ। ਧਰਮ ਦੇ ਨਾਮ ਤੇ ਸਿਆਸਤ ਨਹੀਂ ਕਰਦੇ, ਵੰਡੀਆਂ ਨਹੀਂ ਪਾਉਂਦੇ। ਸੋ ਇਹ ਬੇਸਿਕ ਗੱਲਾਂ ਨੇ ਜਿਹੜੀਆਂ ਸ਼ਾਂਤੀ ਦੀਆਂ ਪ੍ਰਤੀਕ ਨੇ।
ਅਸੀਂ ਆਮ ਲੋਕਾਂ ਦੀ ਜ਼ਿੰਦਗੀ ਜੀਵਨ ਪੱਧਰ ਉੱਪਰ ਚੁੱਕਣਾ ਚਾਹੁੰਦੇ ਆ। ਜੋ ਵੀ ਢਾਂਚਾ ਹੈਗਾ ਆ ਉਹਦੇ ਵਿੱਚ ਜਮਹੂਰੀ ਤਰੀਕਿਆਂ ਨਾਲ, ਪ੍ਰਚਾਰ ਨਾਲ, ਆਪਣੇ ਸਾਧਨਾਂ ਦੀ ਵਰਤੋਂ ਕਰਕੇ। ਸੋ ਪਿਛਲੇ ਸਮੇਂ 'ਚ ਜੋ ਕੁਝ ਹੁੰਦਾ ਰਿਹਾ ਆ, ਮੈਂ ਤਾਂ ਇਹ ਕਹਿਣਾ ਕਿ ਪੰਜਾਬ ਦੀ ਇੱਕ ਕਮਿਊਨਿਟੀ ਨੂੰ ਸਿੰਗਲ ਆਊਟ ਨਹੀਂ ਕਰਨਾ ਚਾਹੀਦਾ। ਜੋ ਅੱਤਵਾਦ ਦਾ ਖਤਰਾ ਆ ਜਾਂ ਐਕਸਟ੍ਰੀਮਿਜ਼ਮ ਦਾ ਖਤਰਾ ਆ, ਉਹ ਬਹੁਤ, ਮੈਂ ਹੁਣ ਕਿਸੇ ਵੀ ਕਮਿਊਨਿਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇੱਥੇ ਪਾਰਲੀਮੈਂਟ ਤੱਕ ਵੀ ਹਮਲੇ ਹੋਏ ਆ। ਮਤਲਬ ਇੱਕ ਪੰਜਾਬ ਦੀ ਇੱਕ ਕਮਿਊਨਿਟੀ ਨੂੰ ਸਿੰਗਲ ਆਊਟ ਨਹੀਂ ਇਹਦੇ ਵਿੱਚ ਕਰਨਾ ਚਾਹੀਦਾ। ਪਿਛਲੇ ਸਮੇਂ 'ਚ ਜੋ ਕੁਝ ਹੋਇਆ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਕੀ ਸੀਗਾ, ਕਾਂਗਰਸ ਪਾਰਟੀ ਦਾ ਰੋਲ ਕੀ ਸੀਗਾ, ਤੇ ਕਿਹੜੀਆਂ ਮੰਗਾਂ ਸੀ, ਤੇ ਕਿੱਧਰੋਂ ਖਾਲਿਸਤਾਨ ਵੱਲ ਨੂੰ ਗੱਲ ਗਈ ਹੈ, ਤੇ ਉਹਨੂੰ ਕਿਸ ਤਰ੍ਹਾਂ 90s ਦਾ ਜ਼ਿਕਰ ਕਰ ਰਹੇ ਹੋ? ਹਾਂਜੀ, ਮਤਲਬ ਜਿਹੜਾ 84 ਦਾ ਬਲੂ ਸਟਾਰ ਆਪਰੇਸ਼ਨ, ਉਸ ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਵੀ, ਸਭ ਤੋਂ ਲੰਬਾ ਸਮਾਂ ਪੰਜਾਬ ਦੇ ਵਿੱਚ ਗਵਰਨਰੀ ਰੂਲ ਰਿਹਾ ਆ। ਸੋ ਉਹਦੀ ਕੋਈ ਵੀ ਇੰਡੀਪੈਂਡੈਂਟ ਏਜੰਸੀ ਵੱਲੋਂ ਇਨਕੁਆਇਰੀ ਨਹੀਂ ਹੋਈ, ਕੋਈ ਉਹਦਾ ਵਾਈਟ ਪੇਪਰ ਨਹੀਂ ਜਾਰੀ ਕੀਤਾ ਗਿਆ। ਚਲੋ ਜੋ ਵੀ ਆ, ਉਹਦੇ ਵਿੱਚ ਇਹ ਆ ਵੀ ਪੰਜਾਬ ਨੂੰ ਉਹਦਾ ਬੜਾ ਸੰਤਾਪ ਭੁਗਤਣਾ ਪਿਆ। ਇੱਕ ਪੀੜ੍ਹੀ ਜਵਾਨਾਂ ਦੀ ਖਤਮ ਕਰਤੀ ਗਈ। ਆਰਥਿਕ ਤੌਰ ਤੇ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ, ਨਹੀਂ ਤਾਂ ਪੰਜਾਬ ਨੇ ਕਦੀ ਕਰਜ਼ੇ ਦੀ ਗੱਲ ਸੁਣੀ ਨਹੀਂ ਸੀਗੀ। ਸੋ ਸ਼ਾਂਤੀ ਤੋਂ ਬਿਨਾਂ ਕੋਈ ਵੀ ਸੂਬਾ, ਕੋਈ ਵੀ ਖਿੱਤਾ, ਕੋਈ ਵੀ ਜਿਹੜਾ ਇਕਨੋਮਿਕਸ ਕਹਿੰਦੀ ਆ ਵੀ ਤਰੱਕੀ ਨਹੀਂ ਕਰ ਸਕਦਾ। ਸੋ ਉਹਦੇ ਵਿੱਚ ਮੁੱਖ ਭੂਮਿਕਾ ਕਾਂਗਰਸ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਗੀ। ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਦੋਂ ਅਸੀਂ ਆਪਣੇ ਜਿਹੜੇ ਆ ਸਿਆਸੀ ਐਂਡਸ ਹੈਗੇ ਆ, ਸਿਆਸੀ ਮਫਾਦ ਹੈਗੇ ਆ, ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਦੀ ਅਸੀਂ ਲੱਭਦੇ ਹਾਂ। ਜਮਹੂਰੀ ਤਰੀਕਿਆਂ ਦੇ ਨਾਲ ਹੀ ਸਾਨੂੰ ਸਿਆਸੀ ਪਿੜ ਦੇ ਵਿੱਚ ਘੁਲਣਾ ਚਾਹੀਦਾ। ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ। ਜੋ ਜਿਹੜੇ ਮੁੱਖ ਮੁੱਦੇ ਆ ਉਹਨਾਂ ਤੇ ਪਹਿਰਾ ਦੇਣਾ ਚਾਹੀਦਾ। ਇਹ ਇੱਕ ਜਿਹੜਾ ਇੰਟਰਨੈਸ਼ਨਲ ਫੋਰਮ ਹੈ G20 ਤੋਂ ਜੇ ਸੰਦੇਸ਼ ਜਾਂਦਾ ਹੈ ਸਾਰਿਆਂ ਨੂੰ, ਤਾਂ ਇਹ ਸੰਦੇਸ਼ ਉਹਨਾਂ ਲੋਕਾਂ ਲਈ ਤਾਂ ਬਹੁਤ ਮਹੱਤਵਪੂਰਨ ਆ ਜਿਹੜੇ ਕਿਤੇ ਨਾ ਕਿਤੇ ਬੈਠ ਕੇ ਜਿਸ ਤਰ੍ਹਾਂ ਖਬਰਾਂ ਆਉਂਦੀਆਂ ਜਾਂ ਨਾਅਰੇ ਲਿਖਤੇ ਜਾਂ ਹੋਰ ਕਰਤਾ ਤੇ ਭੜਕਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਆਮ ਤੌਰ ਤੇ ਇਨ ਜਨਰਲ ਜਿਹੜਾ ਇੱਕ ਸਿੱਖ ਹੈ, ਸਿੱਖ ਜਿਹੜਾ ਆ ਉਹ ਇੱਕ ਸ਼ਾਂਤੀ ਪਸੰਦ ਵਿਅਕਤੀ ਹੈ। ਤੁਸੀਂ, ਮੈਨੂੰ ਯਾਦ ਹੈ ਜਦੋਂ ਗੜਬੜ ਵਾਲੇ ਦਿਨ ਹੁੰਦੇ ਸੀਗੇ, ਇੱਕ ਪਾਸੇ ਤਾਂ ਮੁਕਾਬਲੇ ਹੁੰਦੇ ਸੀ ਜਾਂ ਝੂਠੇ ਮੁਕਾਬਲਿਆਂ 'ਚ ਲੋਕਾਂ ਦੇ ਧੀਆਂ ਪੁੱਤ ਮਰਦੇ ਸੀ, ਜਾਂ ਕਿਤੇ ਬੱਸਾਂ 'ਚ ਕਤਲ ਹੁੰਦੇ ਸੀ, ਇੱਕ ਦੂਸਰੇ ਫਿਰਕੇ ਦੇ ਲੋਕ ਮਰਦੇ ਸੀਗੇ। ਦੂਸਰੇ ਪਾਸੇ ਉਹੀ ਲੋਕ ਲੰਗਰ ਲਗਾ ਕੇ ਬੈਠੇ ਹੁੰਦੇ ਸੀਗੇ ਜਿਨ੍ਹਾਂ ਦੇ ਬੱਚੇ ਸ਼ਹੀਦ ਹੁੰਦੇ ਸੀਗੇ। ਦੋਨਾਂ ਪਾਸੇ ਮਾਰਾਮਾਰੀ ਹੋਈ ਹੈ। ਦੇਖੋ ਅੱਜ ਦੀ ਚਰਚਾ ਦੀ, ਪਰ ਜਿਹੜੀ ਇਹ ਸ਼ਾਂਤੀ ਵਾਲਾ ਸੰਦੇਸ਼ ਹੈ, ਇਹ ਇੱਕ ਬਹੁਤ ਵਧੀਆ ਸੰਦੇਸ਼ ਹੈ, ਇੰਟਰਨੈਸ਼ਨਲ ਫੋਰਮ ਤੋਂ ਜਾਂਦਾ ਆ, ਤੇ ਉਹਦੇ ਨਾਲ ਆਪਣਾ ਭਾਰਤ ਦੀ ਜਿਹੜੀ ਆ ਕੀ ਪਹੁੰਚ ਹੈ, ਪੰਜਾਬ ਦੀ ਕੀ ਪਹੁੰਚ ਹੈ, ਰਾਸ਼ਟਰ ਪੱਧਰ ਤੇ ਉਹ ਸੁਨੇਹਾ ਜਾਂਦਾ ਹੈ। ਇੱਕ ਬਹੁਤ ਵਧੀਆ ਉਹਨਾਂ ਲੋਕਾਂ ਲਈ ਸੁਨੇਹਾ ਆ, ਸਿਆਸੀ ਲੋਕਾਂ ਲਈ ਵੀ ਤੇ ਦੂਜਿਆਂ ਲਈ ਵੀ, ਜਿਹੜੇ ਰੋਟੀਆਂ ਇਸ ਗੱਲ ਤੇ ਸੇਕਣਾ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਗੱਲ ਮਗਦੀ ਰਵੇ, ਬਿਲਕੁਲ ਖਤਮ ਨਾ ਹੋਵੇ। ਜੇ ਇਹਨੂੰ ਹੋਰ ਮੰਗਾ ਲਈਏ ਫਿਰ ਮੈਂ ਉਹੀ ਕਹਿ ਰਿਹਾ ਕਿ ਅੱਜ ਦੀ ਚਰਚਾ ਇਸ ਕਰਕੇ ਜ਼ਰੂਰੀ ਵੀ ਹੈ ਕਿ ਮੌਜੂਦਾ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚ ਕਿ ਵਾਕਈ ਹੀ ਖਾਲਿਸਤਾਨ ਦਾ ਜ਼ਿਕਰ ਹੋਣਾ ਜ਼ਰੂਰੀ ਹੈ। ਇਹ ਸਵਾਲ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਵੱਲੋਂ ਅੰਬੈਸੀ ਨੂੰ ਟਾਰਗੇਟ ਕੀਤਾ ਜਾਂਦਾ ਹੈ। ਮੈਂ ਸੰਘੇੜਾ ਸਾਹਿਬ ਇਸ ਕਰਕੇ, ਕਿਉਂਕਿ ਬਾਕੀ ਮਹਿਮਾਨਾਂ ਦਾ ਵੀ ਰੁਖ ਕਰਾਂਗਾ, ਇਸ ਕਰਕੇ ਵੀ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਅੰਬੈਸੀ ਦੇ ਉੱਤੇ ਅਟੈਕ ਹੋਇਆ ਖਾਲਿਸਤਾਨੀਆਂ ਦੇ ਨਾਲ ਕਿ ਇੱਕ ਕਮਿਊਨਿਟੀ ਦਾ ਵੀ ਨਾਮ ਨਹੀਂ ਲਿਆ ਗਿਆ, ਕਿ ਪੰਜਾਬੀਆਂ ਦਾ ਨਾਮ ਨਹੀਂ ਲਿਆ ਗਿਆ। ਇਸ ਕਰਕੇ ਅਸੀਂ ਚਰਚਾ ਕਰ ਰਹੇ ਹਾਂ ਕਿ ਅਸੀਂ 1980 ਦੇ ਦਹਾਕੇ ਦਾ, 1990 ਦੇ ਦਹਾਕੇ ਦਾ ਜ਼ਿਕਰ ਕਰਦੇ ਹਾਂ, ਤੇ ਕੀ ਵਾਕਈ 21ਵੀਂ ਸਦੀ 'ਚ 2020, 2025, 2030 ਵਾਲੇ ਸਾਲਾਂ ਦੇ ਵਿੱਚ ਜਾਂ ਇਸ ਪੂਰੇ ਦਹਾਕੇ ਦੇ ਵਿੱਚ ਜ਼ਰੂਰਤ ਹੈ ਉਸ ਤਰੀਕੇ ਨਾਲ ਗੱਲ ਕਰਨ ਦੀ। ਅੱਜ ਚਰਚਾ ਇਸ ਦੇ ਉੱਤੇ ਗੱਲਬਾਤ ਜਾਰੀ ਹੈ। ਮੈਂ ਇੱਕ ਇੱਕ ਕਰਕੇ ਸਾਰੇ ਮਹਿਮਾਨਾਂ ਦਾ ਇੱਕ ਵਾਰ ਰੁਖ ਕਰ ਲਵਾਂ। ਉਮੀਦ ਹੈ ਪਰਮਜੀਤ ਸਿੰਘ ਮੰਡ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੋਵੇਗੀ, ਦਲ ਖਾਲਸਾ ਨੂੰ ਅੱਜ ਰਿਪਰੈਜ਼ੈਂਟ ਕਰ ਰਹੇ ਨੇ। ਪਰਮਜੀਤ ਜੀ, ਤੁਸੀਂ ਇਹਨਾਂ ਸਟੇਟਮੈਂਟਸ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਬਹੁਤ ਸਾਰੇ ਜਾਣਕਾਰ ਇਸ ਨੂੰ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਇਹ ਸਮਝ ਰਹੇ ਨੇ ਕਿ ਇਸ ਸਟੇਜ ਤੋਂ ਭਾਰਤ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਹੋਵੇ ਜਾਂ ਕੋਈ ਦੇਸ਼ ਦਾ ਹੋਰ ਸੂਬਾ ਹੋਵੇ, ਉਹ ਭਾਰਤ ਦਾ ਅਖੰਡ ਹਿੱਸਾ ਹੈ। ਉਹ ਬਿਲਕੁਲ ਅਜਿਹਾ ਹਿੱਸਾ ਹੈ ਜੋ ਕਦੇ ਵੱਖਰਾ ਨਹੀਂ ਹੋ ਸਕਦਾ। ਤੇ ਜਿਹੜੇ ਆ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ ਜਾਂ ਸਾਜ਼ਿਸ਼ਾਂ ਘੜਦੇ ਨੇ, ਉਹ ਬਿਲਕੁਲ ਉਹਨਾਂ ਨੂੰ ਅਸੀਂ ਇਕੱਲੇ ਕਰ ਦੇਵਾਂਗੇ ਜਾਂ ਫਿਰ ਉਹਨਾਂ ਨੂੰ ਕਿਸੇ ਦਾ ਸਾਥ ਨਹੀਂ ਮਿਲੇ। ਦੇਖੋ, ਸਭ ਤੋਂ ਪਹਿਲਾਂ ਤੇ ਜਿਹੜੀ ਗੱਲ ਤੁਸੀਂ ਕਹੀ ਆ, ਮੈਂ ਉਹ ਤੋਂ ਪਹਿਲਾਂ ਇੱਕ ਸੰਘੇੜਾ ਸਾਹਿਬ ਨੇ ਇੱਕ ਗੱਲ ਕਹੀ, ਉਹਨੂੰ ਜ਼ਰੂਰ ਦੱਸਣਾ ਚਾਹਾਂਗੇ। ਜਿੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸੇ ਵੀ ਸੂਬੇ ਦੀ ਜਾਂ ਕਿਸੇ ਵੀ ਖਿੱਤੇ ਦੀ ਜਿਹੜੀ ਡਿਵੈਲਪਮੈਂਟ ਆ ਜੀ, ਉਹ ਸ਼ਾਂਤੀ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਦੇ ਨਾਲ ਸਾਰੇ ਸਹਿਮਤ ਨੇ, ਇਨਕਲੂਡਿੰਗ ਮੀ। ਮੈਂ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ। ਬਟ ਇਹ ਮੈਨੂੰ ਲੱਗਦਾ ਸੈਕੰਡ ਸਟੈਪ ਆ। ਇੱਕ ਸਟੈਪ ਇਸ ਤੋਂ ਪਹਿਲਾਂ ਵੀ ਆ ਜਿਹੜੇ ਸਾਰੇ ਮਿਸ ਕਰ ਜਾਂਦੇ ਨੇ। ਉਹ ਸਟੈਪ ਹੈਗਾ ਆ ਕਿ ਸ਼ਾਂਤੀ ਕਦੇ ਵੀ ਜਸਟਿਸ ਤੋਂ ਬਿਨਾਂ ਨਹੀਂ ਆਉਂਦੀ।
ਜੇ ਤੁਸੀਂ ਜਸਟਿਸ ਨਹੀਂ ਕਰੋਗੇ ਜੋ ਚੀਜ਼ਾਂ ਵਾਪਰ ਰਹੀਆਂ ਨੇ ਜਾਂ ਜੋ ਚੀਜ਼ਾਂ ਪਹਿਲਾਂ ਵਾਪਰ ਚੁੱਕੀਆਂ ਨੇ ਤਾਂ ਸ਼ਾਂਤੀ ਕਦੇ ਵੀ ਆਏਗੀ ਨਹੀਂ। ਸੋ ਇਹ ਜਿਹੜੀ ਇੱਕ ਪਿਛਲੀ ਇੱਕ ਪੌੜੀ ਪੰਜਾਬ ਵਾਲੀ ਮਿਸ ਕਰ ਜਾਂਦੇ ਨੇ ਵਾਰ-ਵਾਰ ਸਟੇਟਮੈਂਟ ਦੇਣ ਲੱਗਿਆ, ਇਹਨੂੰ ਦਰੁਸਤ ਕਰਨਾ ਚਾਹੀਦਾ। ਪਹਿਲਾਂ ਸਭ ਤੋਂ ਜਸਟਿਸ ਦੀ ਗੱਲ ਹੋਣੀ ਚਾਹੀਦੀ, ਫਿਰ ਅੱਗੇ ਸ਼ਾਂਤੀ ਤੇ ਡਿਵੈਲਪਮੈਂਟ। ਜਿਹੜੀ ਦੂਸਰੀ ਤੁਸੀਂ ਗੱਲ ਕਹੀ ਆ, ਜਿਹੜੀ ਐਕਸਟ੍ਰੀਮਿਜ਼ਮ ਦੀ ਗੱਲ ਆਈ ਆ, ਐਕਸਟ੍ਰੀਮਿਜ਼ਮ ਹਰ ਤਰ੍ਹਾਂ ਦਾ ਜਿਹੜਾ ਵਾਰ-ਵਾਰ ਜੋੜਿਆ ਜਾਂਦਾ ਹੈ, ਬਹੁਤ ਵਾਰ ਸਿਰਫ ਤੇ ਸਿਰਫ ਖਾਲਿਸਤਾਨੀਆਂ ਦੇ ਨਾਲ ਜੋੜ ਦਿੱਤਾ ਜਾਂਦਾ। ਜਿਹੜੀ ਕੈਨੇਡਾ ਦੀ ਸਟੇਟਮੈਂਟ ਆ ਉਹ ਬੜੀ ਸਾਫ਼ ਆ, ਉਹ ਸਾਨੂੰ ਸਾਰਿਆਂ ਨੂੰ ਮਤਲਬ ਵੇਖਣੀ ਚਾਹੀਦੀ। ਇਵਨ ਤੁਸੀਂ ਪਹਿਲਾਂ ਪਲੇ ਵੀ ਕੀਤੀ ਆ ਕਿ ਉਹਨਾਂ ਨੇ ਇਹ ਸਾਫ਼ ਕਿਹਾ ਆ ਕਿ ਕਿਸੇ ਵੀ ਤਰ੍ਹਾਂ ਦਾ ਐਕਸਟ੍ਰੀਮਿਜ਼ਮ ਜਿਹਦੇ ਵਿੱਚ ਵਾਇਲੈਂਸ ਇਨਵੋਲਵਡ ਆ ਉਹ ਕੈਨੇਡਾ ਜਿਹੜਾ ਬਰਦਾਸ਼ਤ ਨਹੀਂ ਕਰੇਗਾ। ਬਟ ਉਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਉਹਨਾਂ ਦਾ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ ਸਾਰਾ, ਉਹਦੇ ਵਿੱਚ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਹੁੰਦੇ ਨੇ, ਜਿਹੜੇ ਪੀਸਫੁਲ ਪ੍ਰੋਟੈਸਟ ਹੁੰਦੇ ਨੇ, ਉਹ ਉਹਨਾਂ ਨੂੰ ਅਪਹੋਲਡ ਕਰਨਗੇ। ਹੁਣ ਇੱਥੇ ਜਦੋਂ ਆਪਾਂ ਵਾਇਲੈਂਸ ਦੀ ਗੱਲ ਕਰਦੇ ਹਾਂ, ਜਦੋਂ ਖਾਸ ਤੌਰ ਤੇ ਜਦੋਂ ਉੱਥੇ ਵਾਇਲੈਂਸ ਸ਼ਬਦ ਆਇਆ ਤਾਂ ਫਿਰ ਉੱਥੇ ਅਸੀਂ ਇਹ ਟਪਲਾ ਖਾ ਜਾਂਦੇ ਬਹੁਤ ਸਾਰੇ ਲੋਕ ਕਿ ਸ਼ਾਇਦ ਕੱਲੀ ਖਾਲਿਸਤਾਨ ਦੀ ਵਾਇਲੈਂਸ ਦੀ ਗੱਲ ਹੋ ਰਹੀ ਆ। ਵਾਇਲੈਂਸ ਹਰ ਤਰ੍ਹਾਂ ਦੀ ਕੰਡੈਮਨੇਬਲ ਆ, ਇਹ ਸਾਨੂੰ ਸਾਰਿਆਂ ਨੂੰ ਕਰਨੀ ਪਏਗੀ, ਇਨਕਲੂਡਿੰਗ ਸਟੇਟ ਵਾਇਲੈਂਸ। ਕਿ ਜਿਹੜੀ ਸਟੇਟ ਵੱਲੋਂ ਵਾਇਲੈਂਸ ਕੀਤੀ ਜਾਂਦੀ, ਕੀ ਇਹ ਸਾਰੀਆਂ ਪਾਰਟੀਆਂ ਉਸ ਤਰੀਕ ਨੂੰ ਸਟੇਟ ਵਾਇਲੈਂਸ ਕਹਿ ਕੇ ਕੰਡੈਮ ਕਰਨਗੀਆਂ, ਇਨਕਲੂਡਿੰਗ ਆਮ ਆਦਮੀ ਪਾਰਟੀ, ਚਾਹੇ ਉਹ ਮਨੀਪੁਰ ਦੇ ਵਿੱਚ ਹੋਈ ਹੋਵੇ, ਚਾਹੇ ਨੂੰਹ ਦੇ ਵਿੱਚ ਹੋਈ ਹੋਵੇ, ਚਾਹੇ ਹੋਰ ਕਿਸੇ ਖਿੱਤੇ ਦੇ ਵਿੱਚ, ਚਾਹੇ ਅੱਜ ਤੋਂ ਜਦੋਂ ਇਹਨਾਂ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਸੀ 84 ਦੀ, ਚਾਹੇ ਉਦੋਂ ਸਟੇਟ ਵਾਇਲੈਂਸ ਜਿਹੜੀ ਹੋਈ, ਕਿ ਇਹ ਸਾਰੇ ਪਹਿਲਾਂ ਉਹਨਾਂ ਨੂੰ ਕੰਡੈਮ ਕਰਨਗੇ ਔਰ ਕੰਡੈਮ ਕਰਨ ਤੋਂ ਬਾਅਦ ਕੀ ਉਹਨਾਂ ਲੋਕਾਂ ਦੇ ਜਿਹੜੇ ਉਸ ਵਾਇਲੈਂਸ ਦੀ ਪੀੜਾ ਸਹਿ ਚੁੱਕੇ ਨੇ। ਨਹੀਂ ਦੇਖੋ, ਉਹਨੂੰ ਕੰਡੈਮ ਸਾਰੇ ਕਰ ਰਹੇ, ਉਸ ਦੇ ਵਿੱਚ ਕੋਈ ਡਾਊਟ ਨਹੀਂ ਹੈ। ਨਹੀਂ ਦਿੱਤਾ ਗਿਆ, ਨਹੀਂ ਉਸ ਦੇ ਵਿੱਚ ਕੋਈ ਡਾਊਟ ਨਹੀਂ ਹੈ। ਦੱਸੋ ਕਿਹਨੇ ਮਨੀਪੁਰ ਦੀ ਹਿੰਸਾ ਨੂੰ ਲੈ ਕੇ, ਮਨੀਪੁਰ ਦੀ ਵੀਡੀਓ ਨੂੰ ਲੈ ਕੇ ਕਹਿ ਦਿੱਤਾ ਹੋਵੇ ਕਿ ਬਹੁਤ ਵਧੀਆ ਹੋਇਆ। ਕੰਡੈਮੇਬਲ ਹੈ ਤਾਂ ਹੁੰਦੀ ਹੈ, ਉਸ ਨੂੰ ਤਾਂ ਸਾਰੇ ਕੰਡੈਮ ਕਰਦੇ ਨੇ। ਨੂੰਹ ਦੇ ਵਿੱਚ ਹੋਈ ਹਿੰਸਾ ਨੂੰ ਸਾਰੇ ਕੰਡੈਮ ਕਰਦੇ ਨੇ। ਮੈਂ ਤੁਹਾਨੂੰ ਸਿਰਫ ਹੋਣ ਦੀ ਗੱਲ ਇੱਕ ਦੱਸੀ ਆ ਜੀ ਗੌਰਵ ਸਾਹਿਬ, ਇਹ ਤੇ ਮੈਂ ਉਹ ਗੱਲ ਕਰ ਰਿਹਾ, ਸਿਰਫ ਇੱਕ ਐਗਜ਼ਾਮਪਲ ਦਿੱਤੀ ਆ ਵੀ ਇਹ ਵੀ ਸਾਨੂੰ ਕਰਨੀ ਪਏਗੀ। ਇਸ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੇ ਨਾਲ ਵਧੀਕੀਆਂ ਹੋਈਆਂ ਨੇ 84 ਤੋਂ ਪਹਿਲਾਂ, ਕੀ ਪੰਜਾਬ ਦੇ ਸਾਰੇ ਹੱਕ ਹਕੂਕ ਪੰਜਾਬ ਨੂੰ ਮਿਲ ਚੁੱਕੇ ਸੀ? ਪਹਿਲਾਂ ਇਹ ਜਵਾਬ ਦੇਣ ਕਿ ਜੇ ਨਹੀਂ ਮਿਲੇ ਤਾਂ ਤੁਸੀਂ ਸਿਰਫ ਪੰਜਾਬ ਦਾ ਇਤਿਹਾਸ ਇੰਡੀਆ ਦੇ ਨਾਲ 84 ਤੋਂ ਸ਼ੁਰੂ ਕਰਦੇ ਹੋ ਕਿ 47 ਤੋਂ ਲੈ ਕੇ ਜਦੋਂ ਅਸੀਂ 84 ਤੱਕ ਆਉਂਦੇ ਆ, ਉਹਦੇ 'ਚ ਜਿਸ ਤਰੀਕੇ ਨਾਲ ਅਸੀਂ ਪੰਜਾਬੀ ਸੂਬਾ ਲਿਆ, ਜਿੱਦਾਂ ਸਾਡੇ ਪੰਜਾਬੀ ਬੋਲਦੇ ਇਲਾਕੇ ਅਲੱਗ ਕੀਤੇ ਗਏ, ਜਿਵੇਂ ਇੱਕ ਰਾਜਧਾਨੀ ਨੂੰ ਇੱਕ ਸਾਂਝੀ ਜੀ ਰਾਜਧਾਨੀ ਬਣਾ ਕੇ ਰੱਖ ਦਿੱਤਾ ਗਿਆ, ਪਾਣੀ ਜਿਹੜੇ ਖੋਲੇ ਗਏ ਨੇ ਸਾਰੇ, ਉਹਨਾਂ ਸਾਰਿਆਂ ਨੂੰ ਤੁਸੀਂ ਜਸਟਿਸ ਜਦੋਂ ਨਹੀਂ ਦਿਓਗੇ ਤਾਂ ਇਹ ਕਿਵੇਂ ਐਕਸਪੈਕਟ ਕਰੋਗੇ ਕਿ ਉਸ ਸੂਬੇ ਦੇ ਲੋਕ ਸ਼ਾਂਤੀ ਨੂੰ ਬਣਾਏ ਰੱਖਣਗੇ? ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਤਾਂ ਇਹ ਗੱਲ ਕਹੀ ਸੀ ਕਿ ਡਿਵੈਲਪਮੈਂਟ ਤੇ ਸ਼ਾਂਤੀ ਦੇ ਜਾਣ ਤੋਂ ਪਹਿਲਾਂ ਜਸਟਿਸ ਕਰਨਾ ਪਏਗਾ। ਮੈਂ ਅੱਗੇ ਬਾਕੀ ਮਹਿਮਾਨਾਂ ਦਾ ਰੁਕ ਕਰਾਂ, ਇੱਕ ਕਰਕੇ ਤੁਹਾਡੇ ਤੋਂ ਜਵਾਬ ਲੈਂਦਾ ਰਹਾਂਗਾ। ਇਨਫੈਕਟ ਤੁਸੀਂ ਬਹੁਤ ਸਾਰੇ ਅੱਜ ਬਾਕੀ ਮਹਿਮਾਨਾਂ ਦੇ ਵੀ ਜਵਾਬ ਦੇਣੇ ਹੋਣਗੇ। ਮੇਰਾ ਪੁਆਇੰਟ ਇਹ ਹੈ ਕਿ ਤੁਸੀਂ ਜ਼ਿਕਰ ਕੀਤਾ ਕਿ ਡਿਵੈਲਪਮੈਂਟ ਸ਼ਾਂਤੀ ਤੋਂ ਬਿਨਾਂ ਨਹੀਂ ਹੋ ਸਕਦੀ। ਇੰਪੋਰਟੈਂਟ ਪੁਆਇੰਟ ਹੈ। ਤੁਸੀਂ ਕਹਿ ਰਹੇ ਹੋ ਕਿ ਉਸ ਤੋਂ ਪਹਿਲਾਂ ਇੱਕ ਸਟੈਪ ਹੈ ਕਿ ਸ਼ਾਂਤੀ ਜਸਟਿਸ ਤੋਂ ਬਿਨਾਂ ਨਹੀਂ ਹੋ ਸਕਦੀ, ਪਰ ਮੈਂ ਕਹਿ ਰਿਹਾ ਕਿ ਉਹਨਾਂ ਦੇ ਵਿਚਾਲੇ ਵੀ ਇੱਕ ਸਟੈਪ ਹੈ ਕਿ ਸ਼ਾਂਤੀ ਜਾਂ ਕਹੀਏ ਕਿ ਕਿਸੇ ਮਾਮਲੇ ਨੂੰ ਲੈ ਕੇ ਜਸਟਿਸ। ਉਸ ਦਾ ਮਤਲਬ ਇਹ ਨਹੀਂ ਹੈ ਕਿ ਜਿੰਨੀ ਦੇਰ ਜਸਟਿਸ ਨਹੀਂ ਮਿਲਿਆ ਉਨੀ ਦੇਰ ਕੋਈ ਵਾਇਲੈਂਸ ਹੁੰਦੀ ਰਹੇ, ਉਨੀ ਦੇਰ ਕੋਈ ਅਸ਼ਾਂਤੀ ਰਹੇ, ਉਨੀ ਦੇਰ ਸੂਬਿਆਂ ਦੀ ਜਾਂ ਕਿਸੇ ਸਟੇਟ ਦੀ ਜਾਂ ਕਿਸੇ ਮੁਲਕ ਦੀ ਡਿਵੈਲਪਮੈਂਟ ਰੁਕੀ ਰਹੇ। ਠੀਕ ਹੈ, ਜਸਟਿਸ ਹੋਣਾ ਚਾਹੀਦਾ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਉਹ ਚਾਹੇ ਕੋਈ ਛੋਟਾ ਜਿਹਾ ਕੇਸ ਹੈ, ਚਾਹੇ ਕੋਈ ਬਹੁਤ ਵੱਡਾ ਇਨਸੀਡੈਂਟ ਹੋਵੇ, ਜਸਟਿਸ ਹੋਣਾ ਚਾਹੀਦਾ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਤੁਹਾਨੂੰ ਲੱਗਦਾ ਕਿ ਪੀਸ ਤਾਂ ਸਭ ਤੋਂ ਜ਼ਰੂਰੀ ਹੈ ਨਾ? ਕਿਸੇ ਵੀ ਸਟੈਪ ਦੇ ਲਈ ਪੀਸ ਤਾਂ ਬਹੁਤ ਜ਼ਰੂਰੀ ਹੈ। ਵਾਇਲੈਂਸ ਤਾਂ ਕਿਸੇ ਵੀ ਹੱਲ ਮੁੱਦੇ ਦਾ ਹੱਲ ਨਹੀਂ ਹੋ ਸਕਦਾ। ਪੀਸ ਬਿਲਕੁਲ ਮੈਂ ਦਲ ਖਾਲਸਾ ਵੱਲੋਂ ਇਸ ਗੱਲ ਦੀ ਪ੍ਰੋੜਤਾ ਕਰਦਾ ਹਾਂ ਕਿ ਪੀਸਫੁਲੀ ਹੱਲ ਨਿਕਲਣਾ ਚਾਹੀਦਾ। ਅਸੀਂ ਤਾਂ ਵਰਕ ਹੀ ਡੈਮੋਕ੍ਰੈਟਿਕਲੀ ਕਰਦੇ। ਅਸੀਂ ਪਿਛਲੇ 25 ਸਾਲਾਂ ਦੇ ਉੱਤੋਂ ਦਲ ਖਾਲਸਾ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਦੁਬਾਰਾ ਰਿਵਾਈਵ ਹੋਇਆ ਆ, ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਵਰਕ ਕਰਦਾ ਪਿਆ ਆ। ਅਸੀਂ ਹਰ ਸਟੇਟਮੈਂਟ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਜਿਹੜੇ ਵੀ ਇੰਡੀਆ ਦੇ ਵਿੱਚ ਰਹਿ ਰਹੀਆਂ ਮਾਈਨੋਰਟੀਜ਼ ਜਾਂ ਨੈਸ਼ਨੈਲਿਟੀਜ਼ ਨੇ, ਉਹਨਾਂ ਦਾ ਪੋਲੀਟੀਕਲ ਹੱਲ ਕੀਤਾ ਜਾਵੇ। ਬਟ ਪ੍ਰੋਬਲਮ ਇਹ ਆਉਂਦੀ ਆ ਕਿ ਉਹਨਾਂ ਦੀ ਪੋਲੀਟੀਕਲ ਪ੍ਰੋਬਲਮਸ ਦਾ ਹੱਲ ਕਰਨ ਦੀ ਬਜਾਏ ਦਿੱਲੀ ਸਟੇਟ ਵੱਲੋਂ ਜਾਂ ਇੰਡੀਅਨ ਸਟੇਟ ਵੱਲੋਂ ਹਮੇਸ਼ਾ ਉਸਨੂੰ ਇੱਕ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਣਾ ਕੇ ਜਿਹੜਾ ਹੈ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਂਦਾ। ਜੇ ਪੰਜਾਬ ਦੀਆਂ ਕੁਝ ਰਾਜਨੀਤਿਕ ਮੰਗਾਂ ਹੈਗੀਆਂ ਨੇ, ਜਿਹੜੇ ਪੰਜਾਬ ਦੇ ਰਾਜਨੀਤਿਕ ਕੁਝ ਕਨਫਲਿਕਟਸ ਹੈਗੇ ਨੇ ਦਿੱਲੀ ਦੇ ਨਾਲ, ਤੁਸੀਂ ਇਹ ਦੱਸੋ ਵੀ ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼ਾਂਤੀ ਹੈ, ਜਿਵੇਂ ਸ਼ਾਂਤੀ ਕਹਿੰਦੇ ਨੇ, ਉਹਨਾਂ 25 ਸਾਲਾਂ ਦੇ ਵਿੱਚ ਇਹਨਾਂ ਨੇ ਕਿਸੇ ਵੀ ਇੱਕ ਵੀ ਪੋਲੀਟੀਕਲ ਇਸ਼ੂ ਨੂੰ ਐਡਰੈਸ ਕਿਉਂ ਨਹੀਂ ਕੀਤਾ? ਇਹ ਵੀ ਇੱਕ ਸਵਾਲ ਹੈ। ਠੀਕ ਹੈ, ਸੋ ਇੱਕ ਸਟੈਪ ਤੇ ਉਹ ਵਧਣ। ਥੋੜੇ ਵੇਟ ਕਰੋ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਗੱਲ ਕਰੋ। ਤੁਹਾਡਾ ਪੁਆਇੰਟ ਕਲੀਅਰ ਹੈ, ਮੈਂ ਸਮਝ ਰਿਹਾ ਉਸ ਗੱਲ ਨੂੰ। ਦਰਅਸਲ ਜੋ ਮੈਂ ਸਵਾਲ ਚੁੱਕ ਰਿਹਾ ਹਾਂ ਦਲ ਖਾਲਸਾ ਲਈ ਨਹੀਂ ਹੈ, ਬਲਕਿ ਉਹਨਾਂ ਵੱਖਵਾਦੀਆਂ ਦੇ ਲਈ ਹੈ ਜਿਹੜੇ ਕਈ ਵਾਰ ਹਿੰਸਾ ਵਾਲੀ ਰਾਹ ਦੇ ਉੱਤੇ ਤੁਰ ਪੈਂਦੇ ਨੇ। ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਮਾਰਚ ਦੇ ਵਿੱਚ ਭਾਰਤ ਦੀ ਅੰਬੈਸੀ ਦੇ ਉੱਤੇ ਕੈਨੇਡਾ ਦੇ ਓਟਾਵਾ ਦੇ ਵਿੱਚ ਅਟੈਕ ਕੀਤਾ। ਇਹ ਉਹਨਾਂ ਦੇ ਲਈ ਸਵਾਲ ਹੈ ਜਿਨ੍ਹਾਂ ਨੇ 20 ਮਾਰਚ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਭਾਰਤੀ ਅੰਬੈਸੀ ਦੇ ਉੱਤੇ ਅਟੈਕ ਕੀਤਾ, 1 ਜੁਲਾਈ ਨੂੰ ਅਟੈਕ ਕੀਤਾ। ਉਹਨਾਂ ਦੇ ਉੱਤੇ ਹੈ ਕਿ ਜਦੋਂ ਤੁਸੀਂ ਵਾਇਲੈਂਸ ਦਾ ਜ਼ਿਕਰ ਕਰਦੇ ਹੋ ਜਾਂ ਸਵਾਲ ਪੁੱਛਦੇ ਹੋ ਤਾਂ ਫਿਰ ਜ਼ਰੂਰ ਗੱਲ ਹੋਏਗੀ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋਵੋ, ਕਿਉਂਕਿ ਝੰਡਾ ਤੁਸੀਂ ਖਾਲਿਸਤਾਨ ਦਾ ਚੁੱਕਿਆ ਜਾਂ ਕੋਈ ਵੀ ਵੱਖਵਾਦ ਦਾ ਚੁੱਕਿਆ ਹੋਵੇ, ਉਹ ਕੋਈ ਵੀ ਰਿਲੀਜਨ ਦੇ ਨਾਲ ਲੋਕ ਜੁੜੇ ਹੋਣ,
ਉਹਦੇ ਨਾਲ ਫਰਕ ਨਹੀਂ ਪੈਂਦਾ। ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ, ਇੱਕ ਇੱਕ ਕਰਕੇ ਤੁਹਾਡੇ ਕੋਲ ਵਾਪਸ ਆਊਂਗਾ। ਮੈਂ ਨਰਿੰਦਰ ਸੰਧੂ ਜੀ ਦਾ ਰੁਖ ਕਰਦਾ, ਸਾਡੇ ਨਾਲ ਜੁੜੇ ਹੋਏ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੰਧੂ ਸਾਹਿਬ, ਕਿਵੇਂ ਦੇਖ ਰਹੇ ਹੋ ਤੁਸੀਂ ਉਹਨਾਂ ਦੋ ਆਗੂਆਂ ਦੀ ਸਟੇਟਮੈਂਟਸ ਜੋ ਤਾਲੁਕ ਰੱਖਦੇ ਨੇ ਬ੍ਰਿਟਨ ਦੇ ਨਾਲ, ਜੋ ਤਾਲੁਕ ਰੱਖਦੇ ਨੇ ਕੈਨੇਡਾ ਦੇ ਨਾਲ, ਉਹਨਾਂ ਦੇਸ਼ਾਂ ਦੇ ਨਾਲ ਜਿੱਥੇ ਪਿਛਲੇ ਕੁਝ ਸਮੇਂ ਦੇ ਵਿੱਚ ਘਟਨਾਵਾਂ ਕੁਝ ਅਜਿਹੀਆਂ ਵਾਪਰੀਆਂ ਜੋ ਕੁਐਸਚਨੇਬਲ ਹੈ? नरिंदर संधू जी, आवाज आ रही है मेरी? चलो, लग रहा है कि उन्होंने तक आवाज नहीं पहुंच रही। मैं एक बार रुक करदा पीर मोहम्मद साहब दा। पीर मोहम्मद साहब, तुसीं किवें देखदे हो अकाली दल इस पूरी स्टेटमेंट्स नूं किवें देखदा है जो वखवादियां नूं लैके या सिद्धे तौर ते खालिस्तानियां नूं लैके दित्ती गई है? गौरव जी, गल ये आ कि 20 ਜਿਹੜਾ ਜੀ ਸੰਮੇਲਨ ਹੋਇਆ ਦਿੱਲੀ ਦੇ ਵਿੱਚ ਜੀ, ਉਹਦੇ ਵਿੱਚ ਪਹਿਲੀ ਗੱਲ ਇਹ ਆ ਕਿ ਭਾਰਤ ਸਰਕਾਰ ਨੂੰ ਇੱਕ ਅਫੀਸ਼ੀਅਲੀ ਤੌਰ ਤੇ ਇਹ ਦੱਸਣਾ ਚਾਹੀਦਾ ਸੀ ਕਿ ਇਸ ਦੇ ਵਿੱਚੋਂ ਆਪਾਂ ਖੱਟਿਆ ਕੀ ਏ। ਦੁਨੀਆ ਭਰ ਦੇ ਮੁਲਕਾਂ ਦੇ ਜਿਹੜੇ ਲੋਕ ਪ੍ਰੈਜ਼ੀਡੈਂਟ, ਰਾਸ਼ਟਰਪਤੀ ਇੱਥੇ ਪਹੁੰਚੇ ਨੇ, ਜੀਓ ਬਾਈਡਨ ਪਹੁੰਚੇ ਨੇ। ਔਰ ਸਭ ਤੋਂ ਮੇਨ ਗੱਲ ਇਹ ਆ ਕਿ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹਨੂੰ ਡਿਲੀਟ ਕੀਤਾ ਜਾ ਰਿਹਾ, ਡਿਲਿਊਟ ਕੀਤਾ ਜਾ ਰਿਹਾ, ਉਹ ਇਹ ਅਜੇਪਾਲ ਸਿੰਘ ਬੰਗਾ ਜਿਹੜੇ ਵਿਸ਼ਵ ਬੈਂਕ ਦੇ ਜਿਹੜੇ ਚੇਅਰਮੈਨ ਬਣੇ ਨੇ। ਔਰ ਉਹਦੇ ਉੱਤੇ ਜਿੱਥੇ ਪੂਰੇ ਭਾਰਤੀਆਂ ਨੂੰ ਮਾਣ ਕਰਨਾ ਚਾਹੀਦਾ, ਉੱਥੇ ਪੰਜਾਬੀਆਂ ਨੂੰ ਤੇ ਸਿੱਖ ਕੌਮ ਨੂੰ ਬਹੁਤ ਵੱਡਾ ਮਾਣ ਹੈ। ਔਰ ਉਸ ਚੀਜ਼ ਨੂੰ ਉਭਾਰਨ ਦੀ ਜਗ੍ਹਾ ਇੱਕ ਸਰਦਾਰ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਇੱਕ ਆਪਣੀ ਧਾਂਕ ਜਮਾਈ ਹੈ, ਜਿਸ ਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਐਡਾ ਵੱਡਾ ਮਾਣ ਮਹਿਸੂਸ ਕਰਦਿਆਂ ਹੋਇਆ ਉਹਨਾਂ ਨੂੰ ਇਹ ਪਦਵੀ ਜਿਹੜੀ ਦਿੱਤੀ ਹੈ। ਔਰ ਹਰੇਕ ਮੁਲਕ ਦਾ ਜਿਹੜਾ ਰਾਸ਼ਟਰਪਤੀ ਹੈ ਜਾਂ ਪ੍ਰਾਈਮ ਮਿਨਿਸਟਰ ਹੈ, ਉਹ ਉਸ ਵੱਲ ਦੇਖ ਰਿਹਾ ਹੈ ਕਿ ਉਹ ਸਾਡੇ ਦੇਸ਼ ਲਈ ਡਿਵੈਲਪਮੈਂਟ ਦੇ ਲਈ ਕੀ ਕੁਝ ਉਹ ਕਰਨਗੇ। ਜਿੱਥੇ ਸਾਨੂੰ ਉਸ ਚੀਜ਼ ਨੂੰ ਉਭਾਰਨ ਦੀ ਲੋੜ ਸੀ, ਉੱਥੇ ਅਸੀਂ ਉਹ ਗੱਲਾਂ ਕਰ ਰਹੇ ਹਾਂ। ਆ ਜਿਹੜੀ ਗੱਲ ਆਪਣੇ ਸਾਰਿਆਂ ਨੇ ਪਹਿਲਾਂ ਕਹੀ ਹੈ, ਮੰਡ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਜਿਹੜਾ ਇਨਜਸਟਿਸ ਹੈ, ਇਨਜਸਟਿਸ ਜਿਹੜਾ ਹੈ ਉਸ ਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਧਰਤੀ ਦੇ ਉੱਤੇ ਧਰਮ ਯੁੱਧ ਮੋਰਚਾ ਲੜਿਆ ਔਰ ਉਸ ਮੋਰਚੇ ਦੇ ਪਿੱਛੇ ਕੀ ਕਾਰਨ ਸਨ, ਉਹਨਾਂ ਕਾਰਨਾਂ ਦੇ ਉੱਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਫੈਡਰਲ ਸਟਰਕਚਰ ਦੀ ਗੱਲ ਕਰਦੇ ਰਹੇ ਆ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ ਆ, ਉਸ ਵੱਲ ਜਿਹੜੇ ਬੰਦੀ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਮਸਲਾ ਵਾਰ-ਵਾਰ ਅਸੀਂ ਉਭਾਰਨ ਦੀ ਕੋਸ਼ਿਸ਼ ਕਰਦੇ ਆ, ਪਰ ਉਹਦੇ ਉੱਪਰ ਕਦੇ ਵੀ ਧਿਆਨ ਨਹੀਂ ਦਿੱਤਾ ਜਾਂਦਾ। ਬਸ ਇੱਕੋ ਹੀ ਗੱਲ ਕਹੀ ਜਾਂਦੀ ਹੈ, ਦੇਖੋ ਜੀ ਬਲੈਕ ਲਿਸਟ ਜਿਹੜੇ ਸੀ ਸਿੱਖ, ਉਹਨਾਂ ਨੂੰ ਅਸੀਂ ਜੇ ਉਹਨਾਂ ਲਿਸਟਾਂ ਚੋਂ ਕੱਢ ਦਿੱਤਾ। ਪਰ ਹਮੇਸ਼ਾ ਤੁਸੀਂ ਦੇਖਦੇ ਹੋ ਕੋਈ ਸਾਡਾ MP ਆਉਂਦਾ, ਆ ਪਿੱਛੇ ਤਰਨਜੀਤ ਸਿੰਘ ਢੇਸੀ ਆਏ ਸਨ, ਉਹਨਾਂ ਨੂੰ 에ਅਰਪੋਰਟ ਦੇ ਉੱਤੇ ਪਰੇਸ਼ਾਨ ਕੀਤਾ ਗਿਆ। ਸੁਖ ਧਾਲੀਵਾਲ ਆਉਂਦੇ ਨੇ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ। ਹੁਣ ਜਿਹੜੇ ਇਲੈਕਟਡ ਮੈਂਬਰ ਸਾਡੇ ਚੁਣੇ ਜਾਂਦੇ ਆ, ਜਿਨ੍ਹਾਂ ਨੂੰ ਉੱਥੋਂ ਦੀਆਂ ਦੇਸ਼ਾਂ ਦੀਆਂ ਸਰਕਾਰਾਂ ਨੇ ਮਾਨਤਾ ਦਿੱਤੀ ਹੈ, ਉੱਥੋਂ ਦੇ ਆਵਾਮ ਨੇ ਮਾਨਤਾ ਦਿੱਤੀ ਹੈ, ਜੇ ਅਸੀਂ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਾਂਗੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਖੜੇ ਹਾਂ। ਸਾਡਾ ਦੇਸ਼ ਜਿਹੜਾ ਹੈ, ਮੈਂ ਉਸ ਪੁਆਇੰਟ ਦੇ ਉੱਤੇ ਕੁਰਬਾਨੀਆਂ ਦੀ ਗੱਲ ਕਰਦੇ ਹਾਂ। ਨਹੀਂ ਠੀਕ ਹੈ, ਕੁਰਬਾਨੀਆਂ, ਮੈਨੂੰ ਗੌਰਵ ਜੀ ਗੱਲ ਪੂਰੀ ਕਰ ਲੈਂਦੇ ਹੋ। ਪੀਰ ਮੁਹੰਮਦ ਸਾਹਿਬ, ਮੈਂ ਥੋੜਾ ਐਡ ਕਰ ਦਵਾਂ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ। ਮੇਰਾ ਸਵਾਲ ਇਹ ਹੈ ਕਿ ਜਿਹੜੇ ਪੁਆਇੰਟ ਤੁਸੀਂ ਕਹਿ ਰਹੇ ਹੋ, ਚਾਹੇ ਉਹ ਜਸਟਿਸ ਵਾਲੇ ਹੋਣ, ਇਸ ਤੋਂ ਪਹਿਲਾਂ ਮੰਡ ਜੀ ਨੇ ਵੀ ਜ਼ਿਕਰ ਕੀਤਾ, ਕੋਈ ਡਾਊਟ ਨਹੀਂ ਹੈ ਉਸ ਦੇ ਵਿੱਚ ਕਿ ਜਿਹੜਾ ਜਸਟਿਸ, ਇਨਸਾਫ ਹਰ ਕਿਸੇ ਦਾ ਹੱਕ ਹੈ, ਖਾਸ ਤੌਰ ਤੇ ਲੋਕਤੰਤਰਿਕ ਦੇਸ਼ਾਂ ਦੇ ਵਿੱਚ। ਬਟ ਉਹਦਾ ਇਹ ਵੀ ਮਤਲਬ ਨਹੀਂ ਹੈ ਨਾ ਕਿ ਉਹ ਹਿੰਸਾ ਵਾਲੇ ਪਾਸੇ ਗੱਲ ਚਲੀ ਜਾਵੇ। ਉਹਦਾ ਇਹ ਵੀ ਮਤਲਬ ਨਹੀਂ ਹੈ ਕਿ ਇੱਕ ਵੱਖਰੇ ਤਰੀਕੇ ਨਾਲ ਦੇਸ਼ ਦੇ ਖਿਲਾਫ ਕੋਈ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਾਵੇ। ਦੇਖੋ, ਪੰਜਾਬ ਦੇ ਵਿੱਚ, ਪੰਜਾਬ ਇੱਕ ਕਨਫਲਿਕਟ ਦੇ ਵਿੱਚੋਂ ਗੁਜ਼ਰਿਆ ਹੈ, ਬਹੁਤ ਵੱਡਾ, ਇੱਥੇ ਬਹੁਤ ਕੁਝ ਵਾਪਰਿਆ। ਪਰ ਤੁਸੀਂ ਦੱਸੋ, ਪੰਜਾਬ ਦੇ ਵਿੱਚ ਕਦੀ ਦੰਗਾ ਫਸਾਦ ਹੋਇਆ? ਕਦੀ ਕਿਸੇ ਫਿਰਕੇ ਨੇ ਦੂਸਰੇ ਫਿਰਕੇ ਦੇ ਉੱਤੇ ਹਮਲਾ ਕੀਤਾ? ਬਹੁਤਾਤ ਦੇ ਵਿੱਚ ਸਿੱਖ ਕੌਮ ਪੰਜਾਬ ਦੇ ਵਿੱਚ ਵੱਸਦੇ, ਪੰਜਾਬੀ ਵੱਸਦੇ ਆ, ਉਹਨਾਂ ਨੇ ਕਦੀ ਕਿਸੇ ਫਿਰਕੇ ਦੇ ਉੱਤੇ ਕਦੀ ਕੋਈ ਹਮਲਾ ਕੀਤਾ ਹੋਵੇ ਜਾਂ ਕਿਸੇ ਦੂਸਰੇ ਫਿਰਕੇ ਨਾਲ ਝਗੜਾ ਕੀਤਾ ਹੋਵੇ? ਤਾਂ ਫਿਰ ਉਹ ਚੀਜ਼ਾਂ ਨੂੰ ਵੀ ਵੇਖਣਾ ਪਵੇਗਾ ਨਾ ਕਿ ਸਿੱਖ ਕੌਮ ਜਿਹੜੀ ਹੈ, ਜਿਹੜੇ ਪੰਜਾਬੀ ਨੇ, ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ। ਅਸੀਂ ਉਹਨਾਂ ਦੀ ਸੋਚ ਦੇ ਨਾਲ ਖੜ ਕੇ ਉਸ ਗੱਲ ਨੂੰ ਅੱਗੇ ਉਭਾਰੀਏ ਕਿ ਜਿਹੜੇ ਇਸ ਦੇਸ਼ ਦੇ ਵਿੱਚੋਂ ਗੋਰਿਆਂ ਨੂੰ ਭਜਾਉਂਦੇ ਆ, ਇੱਥੇ ਇਹ ਭਾਰਤ ਦੇ ਵਿੱਚ ਆਜ਼ਾਦੀ ਤੋਂ ਆਉਂਦੇ ਨੇ, ਤੇ ਉਹਨਾਂ ਦੀ ਆਜ਼ਾਦੀ ਨੂੰ ਜਦੋਂ ਅਸੀਂ ਖਿੱਤੇ ਦੇ ਵਿੱਚ ਵੇਖਦੇ ਆ ਤੇ ਇੱਥੇ ਸਾਨੂੰ ਆਪਣੀ ਰਾਜਧਾਨੀ ਵੀ ਨਹੀਂ ਦਿੱਤੀ ਜਾਂਦੀ, ਇੱਥੇ ਸਾਨੂੰ ਪੰਜਾਬੀ ਬੋਲਦੇ ਇਲਾਕੇ ਵੀ ਸਾਡੇ ਕੋਲ ਖੋਏ ਜਾਂਦੇ ਆ, ਇੱਥੇ ਸਾਡੇ ਨਾਲ ਪੈਰ ਪੈਰ ਦੇ ਉੱਤੇ ਜੇ ਮੰਨ ਲਓ। ਠੀਕ ਹੈ ਸਰ, ਤੁਹਾਡੇ ਬਹੁਤ ਸਾਰੇ ਪੁਆਇੰਟ ਆ ਗਏ, ਮੈਨੂੰ ਇੱਕ ਵਾਰੀ ਸਾਰੇ ਮਹਿਮਾਨਾਂ ਦਾ ਰੁਕ ਕਰ ਲੈਣ ਦਿਓ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਚੰਨੀ ਜੀ, ਉਮੀਦ ਹੈ ਆਵਾਜ਼ ਤੁਹਾਡੀ ਕਲੀਅਰ ਆਏਗੀ, ਹੁਣ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ। ਇਨਫੈਕਟ ਮੈਂ ਸ਼ੁਰੂਆਤ ਹੀ ਤੁਹਾਡੇ ਤੋਂ ਕਰਨੀ ਚਾਹ ਰਿਹਾ ਸੀ। ਚੰਨੀ ਜੀ। ਗੌਰਵ ਜੀ, ਮੈਂ ਕਹਿ ਰਿਹਾ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਸਾਰੇ ਮੁਲਕ ਨੂੰ ਔਰ ਸਾਡੇ ਹਰਮਨ ਪਿਆਰੇ
ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਕਿ ਉਹਨਾਂ ਨੇ G20 ਜਿਹੜੀ ਸਮਿਟ ਸੀਗੀ ਉਹ ਬਹੁਤ ਸਫਲਤਾਪੂਰਵਕ ਕੀਤੀ ਹੈ ਔਰ ਬਹੁਤ ਵੱਡਾ ਇੱਕ ਕੰਸੈਂਸਸ ਜਿਹੜਾ ਨਿਊ ਦਿੱਲੀ ਡੈਕਲੇਰੇਸ਼ਨ ਹੋਈ ਹੈਗੀ ਹੈ ਜਿਹੜੀ ਹਿਊਮਨ ਸੈਂਟਰਿਕ ਹੈਗੀ ਹੈ ਔਰ ਡਿਵੈਲਪਮੈਂਟਲ ਓਰੀਐਂਟਡ ਹੈ, ਉਹ ਇੱਕ ਬਹੁਤ ਵੱਡੀ ਗੱਲ ਸੀ। ਜਿਹੜਾ ਮੁੱਦਾ, ਮੇਰੀ ਆਵਾਜ਼ ਆ ਰਹੀ ਹੈ? ਜੀ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ ਸਰ। ਓਕੇ, ਜਿਹੜਾ ਮੁੱਦਾ ਤੁਸੀਂ ਅੱਜ ਗੱਲ ਕਰ ਰਹੇ ਹੈਗੇ ਆ ਉਹ ਮੁੱਦੇ ਬਾਰੇ ਤੁਸੀਂ ਦੇਖੋ, ਅਸੀਂ ਸਾਡਾ ਸਲੋਗਨ ਇਹ ਸੀਗਾ ਕਿ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ ਜੀ। ਹੁਣ ਇਹਦੇ ਵਿੱਚ ਕੋਈ ਡਿਵੀਜ਼ਨ ਤਾਂ ਹੈ ਨਹੀਂ ਗੀ, ਤੇ ਜਿਹੜੇ ਬੰਦੇ, ਔਰ ਬੜੀ ਅੱਛੀ ਗੱਲ ਹੋਈ ਹੈ ਕਿ ਯੂਕੇ ਦੇ ਪ੍ਰਾਈਮ ਮਿਨਿਸਟਰ ਦਾ ਬਹੁਤ ਇਕਵੋਕਲੀ ਕਿਹਾ ਹੈਗਾ ਕਿ ਅਸੀਂ ਕਿਸੇ ਤਰ੍ਹਾਂ ਦਾ ਏਦਾਂ ਦੀ ਜਿਹੜੀ ਵਾਇਲੈਂਸ ਹੈ ਨਹੀਂ ਟੋਲਰੇਟ ਕਰਦੇ, ਔਰ ਬਹੁਤ ਚੰਗਾ ਜਿਹੜਾ ਸਟੇਟਮੈਂਟ ਹੈ ਟਰੂਡੋ ਸਾਹਿਬ ਦੀ ਵੀ ਹੈਗੀ ਹੈ ਕਿ ਸਾਡੇ ਜਿਹੜੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈਗਾ ਔਰ ਵਾਇਲੈਂਸ ਅਸੀਂ ਨਹੀਂ ਟੋਲਰੇਟ ਕਰਾਂਗੇ ਔਰ ਪੀਸਫੁਲ ਪ੍ਰੋਟੈਸਟ ਜਿਹੜੇ ਹੈਗੇ ਉਹ ਉੱਥੇ ਚੱਲਦੇ ਨੇ। ਇਹ ਚੀਜ਼ਾਂ ਜਿਹੜੀਆਂ ਰੂਲ ਆਫ ਲਾਅ ਹੈ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਉਹ ਸਾਰੀ ਜਗ੍ਹਾ ਹੈਗੀਆਂ। ਪਰ ਜਿੱਦਾਂ ਦੀ ਉੱਥੇ ਵਾਇਲੈਂਸ ਹੁੰਦੀ ਹੈ, ਜਿੱਦਾਂ ਦੇ ਉੱਥੇ ਜਲੂਸ ਜਲਸੇ ਕੀਤੇ ਜਾਂਦੇ ਨੇ, ਉਹ ਇਕੱਲੇ ਫਰੀडम ਆਫ ਐਕਸਪ੍ਰੈਸ਼ਨ ਤੇ ਨਹੀਂ ਖੜਦੇ ਜਾਂ ਉਹ ਪੀਸਫੁਲ ਪ੍ਰੋਟੈਸਟ ਤੇ ਨਹੀਂ ਖੜਦੇ, ਉਹ ਤੋਂ ਗਾਂਹ ਜਾ ਕੇ ਕਰਦੇ ਨੇ। ਉਹਨਾਂ ਦੀਆਂ ਕੁਝ ਮਜਬੂਰੀਆਂ ਵੀ ਹੋ ਸਕਦੀਆਂ ਕਿ ਬਹੁਤ ਥੋੜੀ ਆਬਾਦੀ ਦਾ ਮੁਲਕ ਹੈਗਾ ਔਰ ਉੱਥੇ ਸਾਡੀ ਪਾਪੂਲੇਸ਼ਨ ਵੀ ਹੈਗੀ ਆ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਉਹ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ। ਜੇ ਤਾਂ ਪੰਜਾਬ ਦੀ ਗੱਲ ਹੈ ਤੇ ਅਸੀਂ ਬੈਠੇ ਸਾਰੇ ਇੱਥੇ, ਸਾਡੇ ਕੋਲ ਅਸੀਂ ਸਾਡੀ ਸਰਕਾਰ ਹੈਗੀ ਹੈ, ਲੋਕਲ ਸਰਕਾਰ ਵੀ ਹੈਗੀ ਹੈ। ਫਿਰ ਪੰਜਾਬ ਜਿਹੜਾ ਸਾਡਾ ਸੰਵਿਧਾਨ ਹੈਗਾ ਉਹ ਕਹਿੰਦਾ ਹੈ ਵੀ ਆਏ 25 ਸਾਲੀ ਜਾਂ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤੁਸੀਂ ਆਪਣੇ ਨੁਮਾਇੰਦੇ ਸਰਕਾਰ ਚੁਣੋ, ਤੇ ਸਰਕਾਰ ਚੁਣੀ ਜਾਂਦੀ ਹੈ। ਉਹ ਜਿਹੜੀ ਸਰਕਾਰ ਹੁੰਦੀ ਹੈ ਮੌਕੇ ਦੀ, ਉਸੇ ਨੂੰ ਹੀ 5 ਸਾਲਾਂ ਵਾਸਤੇ ਅਸਲੀ ਰਿਪਰੈਜ਼ੈਂਟੇਟਿਵ ਆਫ ਦੀ ਸਟੇਟ ਐਂਡ ਆਫ ਆਲ ਦੀ ਕਮਿਊਨਿਟੀਜ਼ ਪੁੱਟ ਟੁਗੇਦਰ ਉਹ ਮੰਨਿਆ ਜਾਂਦਾ। ਹੁਣ ਇਹ ਪਤਾ ਸੈਲਫ ਸਟਾਈਲ ਬੰਦੇ ਨੇ ਤੇ ਉਹ ਆਪਣੀਆਂ ਉਸ ਹਿਸਾਬ ਦੇ ਨਾਲ ਗੱਲਾਂ ਕਰਦੇ ਨੇ, ਪਰ ਇਹ ਡੰਡੇ ਨਹੀਂ ਚੱਲ ਸਕਦੇ। ਜੇ ਤੁਹਾਡਾ ਕੋਈ ਮੁੱਦਾ ਹੈਗਾ, ਜਿਹੜੇ ਉੱਥੇ ਸਾਡੇ ਬੰਦੇ ਹੈਗੇ ਨੇ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਇੱਥੇ ਕਿਉਂ ਨਹੀਂ ਆ ਕੇ ਗੱਲ ਕਰਨੀ? ਇੱਥੇ ਆ ਕੇ ਗੱਲ ਕਰਨ, ਸਾਡੀ ਸਰਕਾਰ ਨਾਲ ਗੱਲ ਕਰਨ। ਉਹਨਾਂ ਨੇ ਨਾ ਕਦੇ ਆਉਣਾ, ਠੀਕ ਹੈ, ਨਾ ਉੱਥੇ ਉਹਨਾਂ ਦੀ ਕੋਈ ਗੱਲਬਾਤ ਹੈ, ਔਰ ਉਹ ਸਿਰਫ ਇੱਕ ਪਤਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੈਗੇ ਕਿ ਪੇਡ ਚੱਲਦਾ ਕੰਮ, ਸਲੋਗਨ ਲਿਖ ਦੋ, ਝੰਡੇ ਲਹਿਰਾ ਦੋ, ਇੰਨੇ ਪੈਸੇ ਮਿਲਣਗੇ, ਇੰਨੇ ਡਾਲਰ ਮਿਲਣਗੇ, ਉਹਨਾਂ ਦਾ ਕੋਈ ਬੇਸ ਨਹੀਂ ਹੈ। ਠੀਕ ਹੈ, ਸਿਰਫ ਉਹ ਆਪਣੀ ਦੁਕਾਨਦਾਰੀ ਚਲਾਉਣ ਦੀ ਖਾਤਰ ਇਹ ਕੰਮ ਕਰਾਉਂਦੇ ਨੇ, ਪਰ ਇਹਨਾਂ ਚੀਜ਼ਾਂ ਦੇ ਨਾਲ ਕੋਈ ਚੀਜ਼ ਅਚੀਵ ਹੋਣ ਵਾਲੀ ਨਹੀਂ ਹੈਗੀ। ਔਰ ਸਾਰੀ ਦੁਨੀਆ ਨੇ ਰਿਅਲਾਈਜ਼ ਕਰ ਲਿਆ ਕਿ ਜੇ ਅਸੀਂ ਇੱਕ ਪਰਿਵਾਰ ਨਾਲ ਰਹਿਣਾ ਹੈ, ਸਾਨੂੰ ਡਿਵੈਲਪਮੈਂਟ ਚਾਹੀਦੀ ਹੈ, ਸਾਨੂੰ ਪੀਸ ਚਾਹੀਦੀ ਹੈ। ਐਡਾ ਵੱਡਾ ਫੈਸਲਾ ਕਰਤਾ ਜਿਹੜਾ ਇੰਡੋ ਮਿਡਲ ਈਸਟ ਤੇ ਯੂਰਪ ਜਿਹੜਾ ਕੋਰੀਡੋਰ ਵਗੈਰਾ ਬਣਾਉਣਾ, ਇਹ ਸਾਨੂੰ ਇਹਨਾਂ ਗੱਲਾਂ ਨੂੰ ਛੱਡ ਕੇ ਸਾਨੂੰ ਜਿਹੜੀ ਜਿਹੜੇ ਕੋਈ ਮਨੁੱਖੀ ਅਧਿਕਾਰ ਹੈਗੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ। ਉਹਨਾਂ ਠੀਕ ਹੈ ਸਰ, ਮੈਂ ਅਗਲੇ ਪੁਆਇੰਟ ਨੂੰ ਲੈ ਕੇ ਤੁਹਾਡੇ ਤੱਕ ਆਉਣਾ। ਦਰਅਸਲ ਇੱਥੇ ਇਹ ਵੀ ਗੱਲ ਹੋ ਰਹੀ ਹੈ ਸਮੇਂ ਦੀਆਂ ਸਰਕਾਰਾਂ ਦੇ ਉੱਤੇ, ਉਹ ਚਾਹੇ ਬੀਜੇਪੀ ਦੀ ਰਹੀ ਹੋਵੇ, ਅਕਾਲੀ ਭਾਜਪਾ ਦੀ ਪੰਜਾਬ ਦੇ ਵਿੱਚ ਰਹੀ ਹੋਵੇ, ਕਾਂਗਰਸ ਦੀ ਸੈਂਟਰ 'ਚ ਜਾਂ ਸਟੇਟ 'ਚ ਰਹੀ ਹੋਵੇ, ਜਾਂ ਮੌਜੂਦਾ ਸਮੇਂ 'ਚ ਆਮ ਆਦਮੀ ਪਾਰਟੀ ਦੀ ਹੈ। ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਜਸਟਿਸ ਨਹੀਂ ਮਿਲਿਆ, ਇਸ ਕਰਕੇ ਇਸ ਤਰੀਕੇ ਦੀ ਸਥਿਤੀ ਹੈ, ਜਾਂ ਇੱਕ ਵਰਗ ਹੈ, ਚਾਹੇ ਉਹ ਬਹੁਤ ਛੋਟਾ ਹੋਵੇ, ਮਤਲਬ ਬਹੁਤ ਘੱਟ ਹੋਣ ਲੋਕ, ਉਹ ਇਹ ਸੋਚ ਰਹੇ ਨੇ ਕਿ ਸਾਨੂੰ ਜਸਟਿਸ ਨਹੀਂ ਮਿਲਿਆ। ਮੈਂ ਸੰਧੂ ਸਾਹਿਬ ਦਾ ਰੁਖ ਕਰਦਾ। ਸੰਧੂ ਜੀ, ਉਮੀਦ ਹੈ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚੇਗੀ, ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ? ਗੌਰਵ ਜੀ, ਐਕਚੁਅਲੀ ਮੈਨੂੰ ਨਾ 22 ਮਿੰਟ ਕੋਈ ਆਵਾਜ਼ ਨਹੀਂ ਸੁਣੀ, ਤੇ ਹੁਣ ਮੈਂ ਤੁਹਾਨੂੰ ਦੱਸਦਾ। ਦੇਖੋ, ਆਤੰਕਵਾਦ ਤੇ ਹਿੰਸਾ ਕਿਤੇ ਵੀ ਬਰਦਾਸ਼ਤ ਨਹੀਂ, ਕੋਈ ਵੀ ਦੇਸ਼ ਹੋਵੇ, ਕੋਈ ਵੀ ਖਿੱਤਾ ਹੋਵੇ, ਕੋਈ ਵੀ ਮੁਲਕ ਹੋਵੇ, ਕੋਈ ਵੀ ਕੌਮ ਹੋਵੇ, ਇਹ ਕਿਤੇ ਵੀ ਬਰਦਾਸ਼ਤ ਨਹੀਂ। ਪਰ ਮੈਨੂੰ ਨਾ ਆਹ ਗੱਲ ਚੰਗੀ ਨਹੀਂ ਲੱਗੀ ਅੱਜ ਵੀ ਪ੍ਰਧਾਨ ਮੰਤਰੀ ਜੀ ਨੇ ਸਪੈਸ਼ਲ ਪੰਜਾਬੀਆਂ ਦਾ ਨਾਂ ਲੈ ਕੇ ਆਖਿਆ ਵੀ ਇੱਥੇ ਖਾਲਿਸਤਾਨ ਦਾ ਮੁੱਦਾ ਹੈ। ਕਿੰਨੇ ਹੋਰ ਮੁੱਦੇ ਸੀ, ਜੇ ਯੂਕੇ ਨਾਲ ਗੱਲ ਕਰਨੀ ਸੀ ਤੇ ਕਰਦੇ। ਸਾਡਾ ਕਿੰਨਾ ਸਟੂਡੈਂਟ ਜਾ ਕੇ ਉੱਥੇ ਖੱਜਲ ਖੁਆਰ ਹੋ ਗਿਆ, ਤੁਸੀਂ ਵੀਡੀਓ ਵਿਖਾਈਆਂ, ਵਿਚਾਰੇ ਟੈਂਟਾਂ ਵਿੱਚ ਰਹਿ ਰਹੇ ਨੇ, ਉਹਨਾਂ ਦਾ ਤੁਹਾਨੂੰ ਦਰਦ ਨਹੀਂ ਆਇਆ? ਉਹਨਾਂ ਨਾਲ ਗੱਲ ਕਰਦੇ। ਯੂਕੇ ਹੋਇਆ, ਕੈਨੇਡਾ ਹੋਇਆ, ਅਮਰੀਕਾ ਹੋਇਆ, ਇਹ ਜੀਣ ਸਾਡੇ ਸਿਰ ਤੋਂ ਡਏ ਨੇ, ਕਰੋੜਾਂ ਡਾਲਰ ਇਹਨਾਂ ਨੂੰ ਅਸੀਂ ਦੇ ਰਹੇ ਹਾਂ। ਇਹਨਾਂ ਦੀ ਤੁਸੀਂ ਗੱਲ ਕਰਦੇ, ਸਟੂਡੈਂਟ ਦੀ ਗੱਲ ਕਰਦੇ, ਹਾਰ ਕੇ ਤੁਸੀਂ ਫੇਰ ਉਹੀ ਰਾਗ ਲਾਪਿਆ ਜਿਹੜੇ ਪੰਜਾਬੀਆਂ ਤੁਸੀਂ ਬਦਨਾਮ। 50 ਚ ਆ ਗਏ, ਤੁਸੀਂ ਕਿਹਾ ਮੈਂ ਬਚ ਕੇ ਗਿਆ, ਤੇ ਅੱਜ ਤੁਸੀਂ ਫੇਰ ਉਹ ਗੱਲ ਕਰਤੀ ਆਤੰਕਵਾਦ। ਮੈਂ ਫੇਰ ਕਹਿਣਾ, ਆਤੰਕਵਾਦ ਨੂੰ ਕਿਤੇ ਵੀ ਕੋਈ ਥਾਂ ਨਹੀਂ। ਪਰ ਇੱਕ ਗੱਲ ਆ, ਇੰਡੀਆ ਤੇ ਬਾਕੀ ਕੰਟਰੀ ਵਿੱਚ ਇਹ ਵੀ ਫਰੀडम ਹੈ, ਉੱਥੇ ਤੁਸੀਂ ਆਪਣੀ ਹੱਕ ਦੀ ਗੱਲ ਕਰ ਸਕਦੇ ਹੋ। ਉਹ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਦੀ ਗਵਰਨਮੈਂਟ ਨਹੀਂ ਰੋਕ ਸਕਦੀ। ਹਾਂ, ਜਦੋਂ ਹਿੰਸਾ ਹੁੰਦੀ ਹੈ ਉਦੋਂ ਰੋਕਦੇ ਨੇ। ਸਿਟੀਜ਼ਨ, ਉਹਨਾਂ ਦੇ ਸਿਟੀਜ਼ਨ ਨੂੰ ਅਸੀਂ ਕੀ ਗੱਲ ਕਰ ਸਕਦੇ ਹਾਂ? ਸਾਡਾ ਕੋਈ ਬੰਦਾ ਮਾਈਗ੍ਰੇਟ ਹੋ ਕੇ ਗਿਆ, ਇੰਡੀਅਨ ਹੈ, ਉਹਨੂੰ ਤੁਸੀਂ ਫੜ ਕੇ ਵਾਪਸ ਲਿਆਓ, ਜੀ ਸਦਕੇ ਲਿਆਓ, ਜੋ ਮਰਜ਼ੀ ਸਜ਼ਾ ਦਿਓ। ਜਿਹੜਾ ਉਹਨਾਂ ਦਾ ਸਿਟੀਜ਼ਨ ਆ,
ਉਹਨਾਂ ਦੇ ਵਿੱਚ ਅਸੀਂ ਕਿਵੇਂ ਦਖਲ ਦੇ ਸਕਦੇ? ਉਹ ਸਾਰੇ ਉਦੋਂ ਦੇ ਸਿਟੀਜ਼ਨ ਨੇ। ਮੈਂ ਨਹੀਂ ਕਹਿੰਦਾ ਠੀਕ ਕਰ ਰਹੇ ਨੇ, ਉਹ ਗਲਤ ਕਰ ਰਹੇ ਨੇ, ਬਿਲਕੁਲ ਤਿਰੰਗੇ ਦਾ ਅਪਮਾਨ ਕਰ ਰਹੇ ਨੇ, ਉਹ ਬਿਲਕੁਲ ਗਲਤ ਕਰ ਰਹੇ ਨੇ। ਪਰ ਇਸ ਮੌਕੇ ਤੇ ਆ ਗੱਲ ਕਰਨੀ, ਦੇਖੋ ਤੁਹਾਡੇ ਕੋਲ 20 ਮੁਲਕਾਂ ਦੇ ਜਿਹੜੇ ਉਹ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਆਏ ਨੇ, ਤੁਸੀਂ ਪੰਜਾਬੀਅਤ ਦੀ ਗੱਲ ਕਰੋ। ਜਿਹੜਾ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਸਾਰੀ ਦੁਨੀਆ ਦੇ ਵਿੱਚ ਪੰਜਾਬੀ ਆ। ਔਰ ਅੱਜ ਤੇ ਕਿੱਡੇ ਮਾਣ ਵਾਲੀ ਗੱਲ ਸੀ ਨਾ, ਵੇਖੋ ਬਈ ਬੱਗਾ ਜੀ ਵਰਲਡ ਬੈਂਕ ਦੇ ਚੇਅਰਮੈਨ ਬਣ ਕੇ ਆਏ ਸੀ, ਸਾਨੂੰ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਸੀ, ਕਹਿਣਾ ਚਾਹੀਦਾ ਸੀ ਸਿੱਖਾਂ ਦੀ ਸ਼ਾਨ ਵਧਾਈ ਆ। ਪਰ ਫਿਰ ਅੱਜ ਮੋਦੀ ਜੀ ਨੇ ਕਿਉਂਕਿ ਇਹਨਾਂ ਦੀ ਸਰਕਾਰ ਨਹੀਂ ਗਈ, ਇਹਨਾਂ ਦੀ ਪੰਜਾਬ ਦੇ ਵਿੱਚ ਨਾ ਸਰਕਾਰ ਹੈਗੀ ਤੇ ਨਾ ਨਹੀਂ ਆ। ਇਹ ਸਾਡੇ ਪੰਜਾਬੀਆਂ ਨਾਲ ਪਤਾ ਨਹੀਂ ਕਿਉਂ ਇਹ ਕਿੜ ਕਰਦੇ ਨੇ। ਇਹ ਗੱਲ ਵਧੀਆ ਠੀਕ ਨਹੀਂ, ਪੰਜਾਬੀਆਂ ਨਾਲ ਜਿਹੜਾ ਉਹ ਧੱਕਾ ਨਹੀਂ ਕਰਨਾ। ਮੈਂ ਚੰਨੀ ਜੀ ਤੁਹਾਡਾ ਰਿਐਕਸ਼ਨ ਚਾਹੂੰਗਾ ਸਰ, ਛੋਟਾ ਜਿਹਾ। ਹਾਂਜੀ ਗੌਰਵ ਜੀ, ਮੈਨੂੰ ਬੜਾ ਅਫਸੋਸ ਹੈ ਕਿ ਅਜੇ ਬੰਗਾ ਜੀ ਦਾ ਜਿਹੜਾ ਸਵਾਗਤ ਕੀਤਾ ਗਿਆ ਉੱਥੇ ਸਪੈਸ਼ਲੀ ਜੀ, ਔਰ ਜਿੰਨੀ ਉਹ ਆਪਣੇ ਪਿਆਰ ਦੇ ਨਾਲ ਤੇ ਜਿੰਨੇ ਉਹਨਾਂ ਨੇ ਗਲਵੱਕੜੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਮਿਲੇ ਨੇ, ਇਦੋਂ ਹੁਣ ਆਪਾਂ ਕੀ ਕਰਦੇ ਹੈਗੇ। ਔਰ ਮੈਨੂੰ ਦੂਸਰੀ ਗੱਲ ਇਹ ਦੱਸਣ ਕਿ ਜਿਹੜੇ ਬੰਦੇ ਸਾਡਿਆਂ ਨੇ ਕਿਸੇ ਮੁਲਕ ਦੀ ਹੋਰ ਸਿਟੀਜ਼ਨਸ਼ਿਪ ਲੈ ਲਈ ਜੀ, ਉਹਨਾਂ ਨੂੰ ਕੀ ਰਾਈਟ ਹੈ ਕਿ ਉਹ ਇੰਡੀਆ ਬਾਰੇ ਗੱਲ ਕਰ? ਜੇ ਇੰਨਾ ਪਿਆਰ ਹੈ ਤਾਂ ਸਿਟੀਜ਼ਨਸ਼ਿਪ ਨਹੀਂ ਲੈਣ ਦੀ ਲੋੜ, ਫਿਰ ਤਾਂ ਆਓ ਇੱਥੇ ਵਾਪਸ ਤੇ ਗੱਲ ਕਰੋ ਜਿਹਨੇ ਨੇ ਕਰਨੀ ਹੈਗੀ। ਸੋ ਫਿਰ ਇੱਕ ਹੋਰ ਗੱਲ ਮੈਨੂੰ ਸਮਝਾ ਦੇਣ ਕਿ ਬੀਜੇਪੀ ਨੇ ਜਦ ਤੱਕ ਦੀ ਮੋਦੀ ਦੀ ਸਰਕਾਰ ਆਈ ਹੈ ਕਿਹੜਾ ਕੰਮ ਕੀਤਾ ਹੈਗਾ ਜਿਹੜਾ ਸਿੱਖਾਂ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ? ਸਭ ਤੋਂ ਵੱਧ ਮੱਲ ਉਹਨਾਂ ਨੇ ਲਾਈ। ਕਰਤਾਰਪੁਰ ਕੋਰੀਡੋਰ, ਚਾਹੇ ਹਰਿਮੰਦਰ ਸਾਹਿਬ ਦੇ ਵਿੱਚ, ਚਾਹੇ GST ਦਾ ਮਸਲਾ ਸੀਗਾ, ਬਲੈਕ ਲਿਸਟ ਦਾ ਮਸਲਾ ਸੀਗਾ, ਬਾਲਵੀਰ ਦਾ ਜਿਹੜਾ ਜਨਮ ਹੈ, ਗੁਰੂ ਤੇਗ ਬਹਾਦਰ, ਜਿੰਨਾ ਉਹਨਾਂ ਨੂੰ ਸਾਡੇ ਧਰਮ ਦੇ ਨਾਲ ਲਗਾ ਹੈ, ਸਾਡੇ ਗੁਰੂਆਂ ਦੇ ਵਿੱਚ ਵਿਸ਼ਵਾਸ ਹੈ ਤੇ ਉਹ ਪੂਜਾ ਕਰਦੇ ਆ, ਸ਼ਾਇਦ ਅਸੀਂ ਵੀ ਉਹ ਨਹੀਂ ਕਰਦੇ। ਠੀਕ ਹੈ, ਜਿਹੜਾ ਬੰਦਾ ਨੇੜੇ ਉਹਨੂੰ ਪਤਾ ਵੀ ਉਹ ਉਹਨਾਂ ਮੋਦੀ ਜੀ ਦਾ ਕਿੰਨਾ ਇਸ ਸਾਡੇ ਧਰਮ ਵਾਸਤੇ ਤੇ ਸਾਡੇ ਗੁਰੂਆਂ ਵਾਸਤੇ ਕਿੰਨਾ ਉਹਨਾਂ ਦਾ ਲਗਾ ਹੈ। ਸੋ ਇਹ ਗੱਲਾਂ ਨਹੀਂ ਹੈਗੀਆਂ, ਇਹ ਜਿਹੜਾ ਕੁਝ ਦੇਣ ਹੋਇਆ ਮਾੜਾ ਵਿਕਟ ਲੰਘਿਆ ਉਹਦੀ ਕੇਵਲ ਤੇ ਕੇਵਲ ਜ਼ਿੰਮੇਵਾਰ ਕਾਂਗਰਸ ਹੈ। ਠੀਕ ਹੈ ਸੰਧੂ ਸਾਹਿਬ, ਇੱਕ ਛੋਟੀ ਜਿਹੀ ਸਟੇਟਮੈਂਟ ਮੈਂ ਸੰਘੇੜਾ ਸਾਹਿਬ ਦਾ ਰੁਕ ਕਰਨਾ। ਔਰ ਜੀ ਫਿਰ ਇਹਨਾਂ ਨੂੰ ਪੁੱਛੋ ਬਈ ਇਹਨਾਂ ਨੇ ਪਾਕਿਸਤਾਨ ਦੇ ਤੱਕਵਾਦ ਦੀ ਗੱਲ ਕਿਉਂ ਨਹੀਂ ਕੀਤੀ? ਅੜਾ ਕਸ਼ਮੀਰ 'ਚ ਇਹਦੀ ਕਿਉਂ ਨਹੀਂ ਗੱਲ ਕੀਤੀ? ਜਿਹੜਾ ਮਣੀਪੁਰ ਹਿੰਸਾ ਹੈ ਉਹਦੀ ਗੱਲ ਕਿਉਂ ਨਹੀਂ ਕੀਤੀ? ਆ ਜਿਹੜਾ ਯੂਪੀ 'ਚ ਤੁਸੀਂ ਘੱਟ ਫਿਰਕਿਆਂ ਨੂੰ ਕੀ ਕਰਨ ਡਿਆ ਉਹਦੀ ਗੱਲ ਕਿਉਂ ਨਹੀਂ ਕੀਤੀ? ਨੂੰਹ ਵਾਲੀ ਗੱਲ ਕਿਉਂ ਨਹੀਂ ਕੀਤੀ? ਸਾਰੀ ਦਿੱਲੀ ਤੁਸੀਂ ਜਿਹੜੀ ਝੁੱਗੀ ਬਸਤੀਆਂ ਲੁਕੋ ਕੇ ਰੱਖੀਆਂ ਹੋਗੇ, ਅਗਲੇ ਬੰਨੇ ਹਰਾ ਟਾਟ ਲਾ ਕੇ ਉਹ ਵਿਖਾਉਂਦੇ ਉਹਨਾਂ ਨੂੰ, ਵਿਖਾਉਂਦੇ ਵੀ ਸਾਡਾ ਇੰਡੀਆ ਕੀ ਆ। ਸਾਰਾ ਇੰਡੀਆ, ਸਾਰਾ ਪੰਜਾਬ ਤੁਸੀਂ ਦਿੱਲੀ ਤੁਸੀਂ ਬੰਦ ਕਰਕੇ ਰੱਖੀ ਆ, ਵਿਖਾਉਂਦੇ ਉਹਨਾਂ ਨੂੰ ਵੀ ਸਾਡੇ ਆ ਝੁੱਗੀ ਝੋਂਪੜੀਆਂ, ਉਹਨਾਂ ਦੀ ਵੀਡੀਓਜ਼ ਵਿਖਾਉਂਦੇ। ਤੁਹਾਡਾ ਚੈਨਲ ਵਿਖਾ ਕੇ ਨਾ ਪਤਾ ਲੱਗੇ ਉੱਥੇ ਕੀ ਆ, ਪਿਛਲੇ ਜਿਹੜਾ ਬਿਹਾਈਂਡ ਦਾ ਕਰਟਨ ਪਿੱਛੇ ਕੀ ਆ। ਤੁਸੀਂ ਅੱਜ ਉਹਨਾਂ ਨੂੰ ਵਧੀਆ ਹੋਟਲ, ਮਤਲਬ ਤੁਹਾਨੂੰ ਲੱਗਦਾ ਕਿ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਸੀ? ਨਹੀਂ ਗੌਰਵ ਜੀ, ਬਿਲਕੁਲ ਗਲਤ ਹੈ। ਮੈਂ ਫਿਰ ਕਿਹਾ ਕਾਂਗਰਸ ਆਤੰਕਵਾਦ ਦੇ ਉੱਤੇ ਹਮੇਸ਼ਾ ਖਿਲਾਫ ਹੈ, ਕੋਈ ਫਿਰਕਾ ਹੋਵੇ, ਕੋਈ ਗੱਲ ਹੋਵੇ, ਹਿੰਸਾ ਦੇ ਖਿਲਾਫ ਹੈ। ਪਰ ਅੱਜ ਦੇ ਮੌਕੇ ਤੇ ਇਹੋ ਜਿਹੇ ਚੰਗੇ ਮੌਕੇ ਦੇ ਉੱਤੇ ਇਹੋ ਜਿਹੀ ਗੱਲ ਕਰਨੀ, ਇਹ ਪੰਜਾਬੀ ਨੂੰ ਬਦਨਾਮ। ਠੀਕ ਹੈ ਸੰਘੇੜਾ ਸਾਹਿਬ, ਤੁਹਾਨੂੰ ਲੱਗਦਾ ਕਿ ਇੱਥੇ ਨਹੀਂ ਹੋਣੀ ਚਾਹੀਦੀ ਸੀ ਗੱਲ? ਜਿਹੜੇ ਦੋ ਅਹਿਮ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਸੀ ਨਾ। ਮੈਂ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਪਿਛਲੇ ਸਮੇਂ 'ਚ ਜਾਊਂਗਾ ਜਿੱਥੋਂ ਆਤੰਕਵਾਦ ਦਾ ਨਾਂ ਜੋੜਿਆ ਗਿਆ ਪੰਜਾਬੀਆਂ ਨਾਲ ਤੇ ਸਿੱਖਾਂ ਨਾਲ, ਖਾਸ ਕਰਕੇ ਕੁਝ ਮੰਗਾਂ ਸੀਗੀਆਂ ਜਿਹਦੇ ਕਰਕੇ ਪੰਜਾਬੀਆਂ ਨੇ ਸੰਘਰਸ਼ ਲੜਿਆ। ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂਆਤ ਕੀਤੀ ਸੀਗੀ, ਜਿਹਦੇ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੀ ਗੱਲ ਸੀ, ਜਿਹੜਾ ਕਿ ਭਾਸ਼ਾ ਵਿਭਾਗ ਦਾ ਕੰਮ ਆ, ਜਿਹੜਾ ਅੱਜ ਕੱਲ੍ਹ ਭਾਸ਼ਾ ਵਿਭਾਗ ਕਰ ਰਿਹਾ ਆ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਆ ਕਿ ਫਰੀडम ਆਫ ਸਪੀਚ ਦੀ ਵੀ ਗੱਲ ਕੀਤੀ ਹੈ, ਜਿਹਨਾਂ ਪ੍ਰਾਈਮ ਮਿਨਿਸਟਰ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨਾਲੋਂ ਵੀ ਜ਼ਿਆਦਾ ਜਸਟਿਸ ਸੀਕਿੰਗ ਸਿੱਖ ਕੌਮ ਹੈ, ਸਿੱਖ ਧਰਮ ਹੈ। ਪੰਜਾਬੀ ਉਹਨਾਂ ਨਾਲੋਂ ਵੀ ਜ਼ਿਆਦਾ ਜਸਟਿਸ ਸੀਕਿੰਗ ਨੇ, ਜਿਹੜੇ ਆਪਸ ਵਿੱਚ ਹੀ ਨਹੀਂ ਲੜੇ। ਬਿਲਕੁਲ ਇਸ ਮੰਚ ਤੋਂ ਜਿਹੜੀ ਗੱਲ ਹੋਈ ਆ ਕਿ ਹਿੰਦੂ ਸਿੱਖ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਨਹੀਂ ਕਰ ਸਕਿਆ ਕੋਈ। ਪੰਜਾਬੀ, ਮੈਂ ਇਹ ਓਕਲਾਹੋਮਾ ਸਟੇਟ ਹੈ, ਉਹਦੇ ਵਿੱਚ USA ਦੇ ਵਿੱਚ ਛੋਟੀ ਸਟੇਟ ਹੈ, ਉਹਦਾ ਇੱਕ ਛੋਟਾ ਜਿਹਾ ਕਸਬਾ ਆ। ਕਸਬੇ ਦੇ ਵਿੱਚ ਮੈਂ ਵਾਲਮਾਰਟ 'ਚ ਗਿਆ ਇੱਕ ਦਿਨ, ਜਦੋਂ ਮੈਂ USA ਗਿਆ ਹੋਇਆ ਸੀਗਾ। ਉੱਥੇ ਮੈਂ ਦੇਖਿਆ ਤੇ 8 ਭਾਸ਼ਾਵਾਂ ਲਿਖੀਆਂ ਹੋਈਆਂ ਸੀਗੀਆਂ, ਜਿਹਦੇ ਉੱਪਰ ਲਿਖਿਆ ਸੀਗਾ ਕਿ ਜੇ ਤੁਹਾਨੂੰ ਆਪਣੀ ਕਿਸੇ ਹੋਰ ਬੋਲੀ 'ਚ ਇੰਗਲਿਸ਼ ਨਹੀਂ ਆਉਂਦੀ, ਗੱਲ ਕਰਨੀ ਤਾਂ ਉਂਗਲ ਲਾ ਦਿਓ ਇਹਦੇ ਤੇ, ਜਿਹੜਾ ਕਸਟਮਰ ਸਰਵਿਸ ਵਾਲਾ ਉਹ ਦੇਖ ਲੇਗਾ। ਉਹਨਾਂ 'ਚੋਂ ਗੌਰਵ ਜੀ ਇੱਕ ਪੰਜਾਬੀ ਸੀਗੀ। ਇੱਥੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਈਦਾ, ਵੈਨਕੂਵਰ ਤੁਸੀਂ ਹਵਾਈ ਅੱਡੇ ਤੇ ਉਤਰੋ, ਉੱਥੇ ਲਿਖਿਆ ਹੋਇਆ ਅੰਤਰਰਾਸ਼ਟਰੀ ਹਵਾਈ ਅੱਡਾ ਵੈਨਕੂਵਰ, ਪੰਜਾਬੀ 'ਚ ਲਿਖਿਆ ਹੋਇਆ ਪੁਰਸ਼ ਇੱਧਰ ਜਾਓ ਜੀ, ਹਰੇ ਕਾਰਡ ਵਾਲੇ ਇੱਧਰ ਜਾਓ ਜੀ। ਸਾਡੇ ਏਅਰਪੋਰਟ ਤੇ ਲਿਖਿਆ ਹੀ ਨਹੀਂ ਹੈ। ਏਦਾਂ ਦੀਆਂ ਮੰਗਾਂ ਸੀਗੀਆਂ, ਇਹ ਆਪਾਂ ਕਿਉਂ ਨਹੀਂ ਪੂਰੀਆਂ ਕੀਤੀਆਂ?
ਔਰ ਗੁਰਬਾਣੀ ਦਾ 24 ਘੰਟੇ ਪ੍ਰਚਾਰ ਕਰਨ ਦੀ ਗੱਲ ਸੀਗੀ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਦੇਣ ਦੀ ਗੱਲ ਸੀ, ਹੋਰ ਵੀ ਸੂਬਿਆਂ ਨੇ ਬਹੁਤ ਚੱਕੇ ਆ। ਈਵਨ ਇਹ ਮਤਲਬ ਗੋਰਖਾ ਲੈਂਡ ਬਣਾਉਣ ਦੀ ਵੀ ਮੂਵਮੈਂਟ ਚੱਕੀ ਸੀਗੀ, ਉਹ ਕਿਸੇ ਨੇ ਨਹੀਂ ਉਹਨਾਂ ਨੂੰ ਅੱਤਵਾਦੀ ਕਿਹਾ। ਹੋਰ ਵੀ ਬਹੁਤ ਕੁਝ ਸੀਗਾ, ਮੈਂ ਕਾਫੀ ਕੁਝ ਇਹਦੇ ਬਾਰੇ ਦੱਸ ਸਕਦਾ ਹਾਂ। ਪਰ ਜੋ ਤਸ਼ੱਦਦ ਕੀਤਾ ਗਿਆ ਪੰਜਾਬੀਆਂ ਤੇ, ਪੰਜਾਬ ਨੂੰ ਢਾਇਆ ਗਿਆ, ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਔਰ ਬਹੁਤ ਜ਼ਿਆਦਾ ਹੋਇਆ। ਨਹੀਂ, ਹੁਣ ਜੋ ਹੋ ਰਿਹਾ ਉਹ ਨਹੀਂ ਪਹੁੰਚਾ ਰਿਹਾ ਨੁਕਸਾਨ ਪੰਜਾਬੀਆਂ ਨੂੰ, ਪੰਜਾਬੀਆਂ ਦੀ ਇੱਕ ਇਮੇਜ ਨੂੰ ਆਲ ਓਵਰ ਦਾ ਵਰਲਡ। ਮੈਂ ਉਹੀ ਕਹਿਣਾ, ਹੁਣ ਕਹ ਰਿਹਾ ਕਿ ਕੈਨੇਡਾ ਦੇ ਵਿੱਚ ਹੋਵੇ, ਚਾਹੇ ਅਮਰੀਕਾ ਦੇ ਵਿੱਚ ਹੋਵੇ, ਚਾਹੇ ਬ੍ਰਿਟਨ ਦੇ ਵਿੱਚ ਹੋਵੇ, ਤੇ ਅਮਰੀਕਾ ਚ ਐਮਬੈਸੀ ਤੇ ਹਮਲਾ ਹੋਇਆ, ਜੋ ਵੀ ਤੁਸੀਂ ਕਹਿ ਰਹੇ ਹੋ ਬਿਲਕੁਲ ਗਲਤ ਹੈ। ਉਹਦੇ ਨਾਲ ਪੰਜਾਬ 'ਚ ਕੋਈ ਅਸਰ ਹੋਇਆ? ਬਿਲਕੁਲ ਨਹੀਂ ਹੋਇਆ, ਕਿਉਂਕਿ ਪੰਜਾਬੀ ਇਨਸਾਫ ਪਸੰਦ ਨੇ। ਕਹਿੰਦੇ ਪੰਜਾਬ 'ਚ ਹੋਇਆ ਸੀ, ਉਸ ਦਾ ਅਸਰ ਉੱਥੇ ਹੋਇਆ ਸੀ, ਆਪਰੇਸ਼ਨ ਅੰਮ੍ਰਿਤਪਾਲ ਤੋਂ ਬਾਅਦ ਹੋਇਆ। ਮੈਂ ਉਹੀ ਕਹਿਣਾ ਨਾ, ਉਹ ਮਾਰਚ ਦੇ ਵਿੱਚ ਹੋਇਆ ਨਾ ਸਰ। ਜਿਸ ਤਰ੍ਹਾਂ ਕੁਝ ਲੋਕ ਹੈਗੇ ਆ ਜਿਹੜੇ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਆ, ਚਾਹੇ ਉਹ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੀ ਗੱਲ ਆ, ਚਾਹੇ ਕੋਈ ਹੋਰ ਆ। ਇਦਾਂ ਹੀ ਜਿਹੜੇ ਵੱਡੇ ਖਿਡਾਰੀ ਨੇ, ਉਹ ਚਾਹੇ ਭਾਰਤੀ ਜਨਤਾ ਪਾਰਟੀ ਆ, ਚਾਹੇ ਕਾਂਗਰਸ ਪਾਰਟੀ ਆ, ਜਾਂ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਵੀ ਗੇਮ ਖੇਡ ਗਏ ਸੀਗੇ। ਇਹ ਲੋਕਾਂ 'ਚ ਵੇਲੇ ਕੁ ਵੇਲੇ ਜਦੋਂ ਵੰਡੀਆਂ ਪਾਉਂਦੇ ਆ ਨਾ, ਫੇਰ ਬਹੁਤ ਵੱਡਾ ਨੁਕਸਾਨ ਹੁੰਦਾ। ਬਾਦਲ ਸਾਹਿਬ ਆਪ ਤਾਂ ਜੇਲ੍ਹ 'ਚ ਜਾ ਕੇ ਬੈਠ ਗਏ, ਜਿਹੜੀ ਚੰਡੀਗੜ੍ਹ ਉਹਨਾਂ ਨੇ ਸਟੇਟਮੈਂਟ ਦੇਤੀ, ਤੇ ਉਹਦੇ ਨਾਲ ਮਤਲਬ ਧਰਮੀ ਫੌਜੀ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਸਹੁੰ ਖੜਾਈ ਜਾਂਦੀ ਆ, ਜਿਹੜਾ ਓਥ ਲੈਂਦੇ ਆ, ਗੁਰਦੁਆਰੇ 'ਚ ਮੱਥਾ ਟੇਕ ਕੇ ਜਾਂਦੇ ਆ, ਲੜਾਈ ਲੜਦੇ, ਉਹ ਸਾਰੇ ਫੌਜ ਛੱਡ ਕੇ ਦੌੜ ਪਏ ਹਾਂਜੀ। ਔਰ ਉਸ ਤੋਂ ਬਾਅਦ ਪੰਜਾਬ 'ਚ ਮੁੰਡੇ ਭਾਵਕ ਹੋ ਕੇ ਵਿੱਚ ਸ਼ਾਮਲ ਹੋ ਗਏ। ਪੀਏਯੂ ਦੇ 10-15 ਦੇ ਮੁਕਾਬਲਿਆਂ 'ਚ ਮਾਰੇ ਗਏ। ਤੁਸੀਂ ਉਹਦਾ ਰਿਜ਼ਲਟ ਕੀ ਨਿਕਲਿਆ? ਉਸ ਫੇਜ਼ ਦਾ ਜ਼ਿਕਰ ਕਰ ਰਹੇ ਹਾਂ ਜਿਸ ਨੂੰ ਕਾਲਾ ਦੌਰ ਕਹਿੰਦੇ ਆਪਾਂ ਪੰਜਾਬ। ਉਸ ਹਿੰਸਾ ਦਾ ਕੀ ਰਿਜ਼ਲਟ ਨਿਕਲਿਆ? ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਗਈ ਉਸ ਹਿੰਸਾ ਦੇ ਕਾਰਨ, ਔਰ ਦੇਸ਼ ਦਾ ਇੱਕ ਪ੍ਰਧਾਨ ਮੰਤਰੀ ਉਸੇ ਟੱਬਰ ਚੋਂ, ਰਾਜੀਵ ਗਾਂਧੀ ਜੀ ਵੀ, ਉਹ ਜੋ ਹਿੰਸਾ ਸ਼੍ਰੀਲੰਕਾ 'ਚ ਹੋ ਰਹੀ ਸੀ, ਬਹੁਤ ਕੋਈ ਚੰਗੀ ਗੱਲ ਥੋੜੀ ਹੋਈ ਹੈ ਨਾ, ਸਾਡੀ ਦੇਸ਼ ਦੀ ਪ੍ਰਧਾਨ ਮੰਤਰੀ ਮਾਰੀ ਗਈ, ਕੋਈ ਚੰਗੀ ਗੱਲ ਥੋੜੀ ਹੋਈ। ਜੀ ਉਹੀ ਲਿਆਉਣਾ ਚਾਹਣਾ, ਚਾਹੇ ਉਹ ਪੰਜਾਬ ਦਾ ਕੋਈ ਨੌਜਵਾਨ ਸੀ ਜਿਸ ਦੀ ਮੌਤ ਹੋਈ, ਉਹ ਚਾਹੇ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਜੀ ਕਨਕਲੂਡ ਕਰ ਲੈਂਦੇ ਹੋ, ਮੈਂ ਉਹੀ ਕਹਿੰਦਾ, ਮੈਂ ਉਦੋਂ ਦੀ ਗੱਲ ਲਿਆਉਣੀ ਚਾਹੁੰਦਾ ਆ। ਸ਼੍ਰੀਲੰਕਾ ਦੇ ਵਿੱਚ ਪ੍ਰਭਾਕਰਨ ਸੀਗੇ ਉਹਨਾਂ ਦੇ ਆਗੂ, ਖਾੜਕੂਆਂ ਦੇ, ਹਾਂਜੀ, ਔਰ ਉਹਦੇ ਵਿੱਚ ਪਹਿਲਾਂ ਤਾਂ ਇੰਡੀਆ ਨੇ ਉਹਨਾਂ ਦੀ ਮਦਦ ਕੀਤੀ, ਬਾਅਦ ਵਿੱਚ ਉੱਥੇ ਆਰਮੀ ਭੇਜਤੀ, ਤੇ ਤਾਮਿਲਾਂ ਨੇ ਦੂਸਰੇ ਪ੍ਰਧਾਨ ਮੰਤਰੀ ਦਾ ਕਤਲ ਕਰਤਾ। ਸੋ ਇਹਨਾਂ ਚੀਜ਼ਾਂ ਚੋਂ ਨਿਕਲਦਾ ਕੁਝ ਵੀ ਨਹੀਂ ਹੁੰਦਾ। ਜੋ ਸੋਸ਼ਲ ਜਸਟਿਸ ਦੀ ਇਹ ਫੋਰਮ ਤੋਂ ਗੱਲ ਹੋਈ ਹੈ ਨਾ, ਮੰਡ ਸਾਹਿਬ ਨੇ ਕੀਤੀ ਆ, ਸੋਸ਼ਲ ਜਸਟਿਸ ਬਹੁਤ ਜ਼ਰੂਰੀ ਹੈ, ਆਪਣੀ ਗਲਵੱਕੜੀ 'ਚ ਲੈਣਾ। ਪਰ ਮੇਰਾ ਫੇਰ ਮੁੜ ਕੇ ਉਹੀ ਸਵਾਲ ਹੈ ਸਰ, ਮੈਂ ਜਸਟਿਸ ਦਾ ਜ਼ਿਕਰ ਕਰ ਰਿਹਾ, ਹਰ ਕੋਈ ਪੱਖਦਾਰ ਹੁੰਦਾ ਹੈ ਜਿਹੜਾ ਵੀ ਅਮਨ ਪਸੰਦ ਹੈ, ਬਿਲਕੁਲ, ਪਰ ਉਸ ਦਾ ਮਤਲਬ ਇਹ ਨਹੀਂ ਨਾ ਕਿ ਤੁਸੀਂ ਹਿੰਸਾ ਕਰੋ ਨਾ, ਇਹ ਨਹੀਂ ਹੋ ਸਕਦਾ ਨਾ। ਮੈਂ ਕਹਿੰਦਾ ਹਿੰਸਾ ਦਾ ਤਾਂ ਦੇਖੋ, ਸਿੱਖ ਧਰਮ 'ਚ ਹਿੰਸਾ ਲਈ ਜਗ੍ਹਾ ਹੀ ਨਹੀਂ ਹੈ। ਮੇਰਾ ਸਵਾਲ ਉਹੀ ਸੀ ਕਿ ਠੀਕ ਹੈ, ਮੈਂ ਮੰਡ ਸਾਹਿਬ ਦਾ ਇੱਕ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਕਾਹਦੇ ਵਾਸਤੇ ਦਿੱਤੀ ਹੈ? ਸ਼ਾਂਤੀ ਵਾਸਤੇ, ਹਿੰਦੂਆਂ ਵਾਸਤੇ, ਸਿੱਖਾਂ ਵਾਸਤੇ, ਭਾਈਚਾਰੇ ਵਾਸਤੇ। ਸਿੱਖ ਕੌਮ ਤਾਂ ਉਦੋਂ ਸਿਰਜੀ ਵੀ ਨਹੀਂ ਸੀ ਅਜੇ। ਠੀਕ ਹੈ, ਤੁਸੀਂ ਦੇਖੋ ਨਾ, ਮਤਲਬ ਇਹ ਜੋ ਨਰਿੰਦਰ ਸੰਧੂ ਹੁਣਾਂ ਨੇ ਗੱਲਾਂ ਕਹੀਆਂ ਨਾ, ਦੇਖੋ ਇਹਨਾਂ ਦੀ ਪਾਰਟੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ, ਇਹਨਾਂ ਦਾ ਹੀ ਸਭ ਤੋਂ ਵੱਧ ਕਸੂਰ ਸੀਗਾ। ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਤੇ ਹਮਲਾ ਕੀਤਾ, ਪੰਜਾਬ 'ਚ ਲੋਕਾਂ ਨੂੰ ਮਾਰਿਆ ਗਿਆ, ਹਿੰਦੂਆਂ ਨੂੰ ਬੱਸਾਂ 'ਚੋਂ ਕੱਢ ਕੇ ਮਾਰਿਆ ਗਿਆ। ਠੀਕ ਹੈ, ਚਲੋ ਥੋੜਾ ਸਮਾਂ ਪਿੱਛੇ ਘੱਟ ਹੋਏਗਾ, ਸਮਾਂ ਥੋੜਾ ਘੱਟ ਹੋਏਗਾ। ਔਰ ਬੀਜੇਪੀ ਦਾ ਬੰਦਾ ਸੀ ਉਹ, ਬੀਜੇਪੀ ਦਾ ਆਗੂ, ਜਿਹਨੇ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਸੀਗਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ, ਉਹਨੂੰ ਤੋੜ ਦਿੱਤਾ। ਇਹ ਭੜਕਾਊ ਕਾਰਵਾਈਆਂ ਹੋਈਆਂ। ਮੈਂ ਉਹੀ ਕਹਿ ਰਿਹਾ ਕਿ ਕਈ ਵਾਰ ਹੁਣ ਅੱਜ ਦੇ ਸਮੇਂ ਬਿਲਕੁਲ ਹੋ ਸਕਦਾ ਹੈ ਪਰਿਵਾਰ ਵਾਈਪ ਆਊਟ ਕਰ ਦਿੱਤੇ ਗਏ, ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਮਾਰ ਦਿੱਤੇ ਗਏ, ਹਿੰਦੂ ਪਰਿਵਾਰ ਖਤਮ ਹੋ ਗਏ। ਠੀਕ ਹੈ, ਨਹੀਂ ਸੰਘੇੜਾ ਸਾਹਿਬ, ਦੇਖੋ ਗੱਲ ਇਹ ਵੀ ਹੈ ਕਿ ਅੱਜ ਜਿਹੜੇ ਚਰਚਾ ਸੁਣ ਰਹੇ ਹੋਣਗੇ, ਮੈਂ ਉਹੀ ਕਹਿ ਰਿਹਾ ਕਿ ਜਿਹੜੇ ਚਰਚਾ ਅੱਜ ਸੁਣ ਵੀ ਰਹੇ ਹੋਣਗੇ, ਹੋ ਸਕਦਾ ਹੈ ਕਿ 84 ਚ ਉਹਨਾਂ ਦਾ ਬਰਥ ਨਾ ਹੋਇਆ ਹੋਵੇ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਹਾਂ, ਪਰ ਮੈਂ ਆਪਣੇ ਪਰਿਵਾਰਾਂ ਤੋਂ, ਆਪਣੇ ਬਜ਼ੁਰਗਾਂ ਤੋਂ, ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਸੁਣਿਆ ਤੇ ਸਮਝਿਆ ਤੇ ਮਹਿਸੂਸ ਕੀਤਾ ਕਿ ਉਸ ਸਮੇਂ ਪੰਜਾਬ ਕਿਹੜੇ ਦੌਰ ਚੋਂ ਨਿਕਲੇ। ਮੈਂ ਉਹੀ ਕਹਿੰਦਾ, ਜੇ ਕਾਂਗਰਸ ਨੇ ਤਸ਼ੱਦਦ ਕੀਤਾ ਨਾ, ਇਹ ਕਦੀ ਆਉਂਦਾ ਨਹੀਂ ਹੈ ਸਰਫੇਸ ਤੇ। ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ। ਜਵਾਬ ਲਵਾਣਾ, ਮੇਰੇ ਕੋਲ ਸਮਾਂ ਬਹੁਤ ਪਿੱਛੇ ਘੱਟ ਹੋਏਗਾ। ਇੱਕ ਲਾਈਨ ਕਹਿ ਲੈਣ ਦਿਓ, ਦੋ ਪ੍ਰਧਾਨ ਮੰਤਰੀ ਕਾਂਗਰਸ ਦੇ ਸੀਗੇ ਉਹ ਜਿਹੜੇ ਮਾਰੇ ਗਏ ਆ। ਹਿੰਸਾ ਬਿਲਕੁਲ ਨਹੀਂ ਹੋਣੀ ਚਾਹੀਦੀ, ਸ਼ਾਂਤੀ ਹੋਣੀ ਚਾਹੀਦੀ ਹੈ। ਇਹੀ ਪੁਆਇੰਟ ਹੈ। ਸਰਕਾਰਾਂ ਦਾ ਤੇ ਹੁਕਮਰਾਨਾਂ ਦਾ ਵੀ ਫਰਜ਼ ਬਣਦਾ ਲੋਕਾਂ ਨੂੰ ਜਸਟਿਸ ਦਿਓ। ਠੀਕ ਹੈ, ਮੈਂ ਮੰਡ ਜੀ ਦਾ ਇੱਕ ਵਾਰ ਰੁਕ ਕਰਦਾ। ਸੰਧੂ ਸਾਹਿਬ ਲਾਜ਼ਮੀ ਤੌਰ ਤੇ ਰਿਐਕਟ ਕਰਨਾ ਚਾਹੁੰਦੇ ਹੋਣਗੇ ਔਰ ਪੀਰ ਮੁਹੰਮਦ ਜੀ ਵੀ ਇੰਤਜ਼ਾਰ ਕਰ ਰਹੇ ਨੇ, ਪਰ ਪਹਿਲਾਂ ਮੈਂ ਪਰਮਜੀਤ ਸਿੰਘ ਮੰਡ ਜੀ ਦਾ ਰੁਕ ਕਰਦਾ। ਮੰਡ ਸਾਹਿਬ, ਤੁਸੀਂ ਬਹੁਤ ਸਾਰਾ ਇੰਪੋਰਟੈਂਟ ਪੁਆਇੰਟ ਚੁੱਕੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਲੋਕ ਸਹਿਮਤ ਹੋਣਗੇ, ਪਰ ਮੇਰਾ ਪੁਆਇੰਟ ਇਹ ਹੈ ਦੋ ਚੀਜ਼ਾਂ ਕਿ ਇੱਕ ਤਾਂ ਜਿਹੜੀ ਹਿੰਸਾ ਜਿਹੜੀ ਵਾਪਰੀ, ਚਾਹੇ ਉਹ ਐਮਬੈਸੀਜ਼ ਦੇ ਉੱਤੇ ਹੋਵੇ, ਤੁਹਾਨੂੰ ਨਹੀਂ ਲੱਗਦਾ ਕਿ ਜੋ ਕੁਝ ਘਟਨਾਕ੍ਰਮ ਐਮਬੈਸੀਜ਼ ਨੂੰ ਲੈ ਕੇ ਹੋਇਆ, ਉਹਨਾਂ ਦੀ ਵਜ੍ਹਾ ਦੇ ਨਾਲ G20 ਵਰਗੀ ਸਟੇਜ ਦੇ ਉੱਤੇ ਵੀ ਇੱਥੇ ਆਏ ਹੋਏ ਮਹਿਮਾਨਾਂ ਤੋਂ ਵੀ ਉਹ ਸਵਾਲ ਪੁੱਛ ਲਿਆ ਗਿਆ ਖਾਲਿਸਤਾਨ ਨੂੰ ਲੈ ਕੇ ਜਾਂ ਵੱਖਵਾਦੀਆਂ ਨੂੰ ਲੈ ਕੇ। ਪੁਆਇੰਟ ਨੰਬਰ 2, ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਕੋਈ ਫਰੀडम ਆਫ ਸਪੀਚ ਜਾਂ ਫਰੀडम ਆਫ ਐਕਸਪ੍ਰੈਸ਼ਨ ਦਾ ਇਸਤੇਮਾਲ ਕਰਦੇ ਹੋਏ ਕੈਨੇਡਾ ਦੀ ਜਾਂ ਅਮਰੀਕਾ ਦੀ ਜਾਂ ਬ੍ਰਿਟਨ ਦੀ ਧਰਤੀ ਦੇ ਉੱਤੇ ਇੰਡੀਅਨ ਐਮਬੈਸੀ ਨੂੰ ਟਾਰਗੇਟ ਕਰਦਾ ਹੈ,
ਉਹ ਗਲਤ ਹੈ। ਜੇ ਕੰਡੈਮ ਮਣੀਪੁਰ ਦੀ ਹਿੰਸਾ ਹੋਣੀ ਚਾਹੀਦੀ ਹੈ, ਨੂੰਹ ਦੇ ਵਿੱਚ ਘਟਨਾਕ੍ਰਮ ਜਾਂ ਕੋਈ ਹੋਰ ਘਟਨਾਕ੍ਰਮ ਹੋਣਾ ਚਾਹੀਦਾ ਹੈ, ਤਾਂ ਅੰਬੈਸੀ ਦੇ ਉੱਤੇ ਤਿਰੰਗੇ ਦਾ ਅਪਮਾਨ ਵੀ ਨਿੰਦਣਯੋਗ ਹੈ ਕਿ ਨਹੀਂ ਹੈ? ਦੇਖੋ, ਜਿਹੜੀਆਂ ਦੋ ਘਟਨਾਵਾਂ ਵਾਪਰੀਆਂ ਨੇ, ਚਾਹੇ ਉਹ ਯੂਕੇ ਦੀ ਧਰਤੀ ਤੇ ਚਾਹੇ ਤੁਸੀਂ ਕੈਨੇਡਾ ਅਮਰੀਕਾ ਦੀ ਧਰਤੀ ਤੇ ਗੱਲ ਕੀਤੀ ਆ, ਉਹ ਮੈਂ ਆਪਣੇ ਵੱਲੋਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਹ ਦੋਵੇਂ ਦੀਆਂ ਦੋਵੇਂ ਘਟਨਾਵਾਂ ਜਿਹਦੇ ਵਿੱਚ ਵਾਇਲੈਂਸ ਹੋਈ ਆ। ਵੇਖੋ, ਪਿਛਲੇ ਲੰਬੇ ਸਮੇਂ ਤੋਂ ਖਾਲਿਸਤਾਨੀ ਜਿਹੜੇ ਨੇ ਵਿਚਾਰਧਾਰਾ ਵਾਲੇ ਲੋਕ ਨੇ, ਉਹ ਇਹਨਾਂ ਮੁਲਕਾਂ ਦੇ ਵਿੱਚ ਵਸ ਰਹੇ ਨੇ, ਰਹਿ ਰਹੇ ਨੇ, ਇਹਨਾਂ ਐਮਬੈਸੀਜ਼ ਦੇ ਸਾਹਮਣੇ ਪ੍ਰੋਟੈਸਟ ਹੁੰਦੇ ਰਹੇ ਨੇ, ਪਰ ਕਦੀ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ ਕਿ ਇਸ ਤਰੀਕੇ ਦੀ ਵਾਇਲੈਂਸ ਕਿਸੇ ਵੀ ਤਰੀਕੇ ਦੀ ਹੋਈ ਹੋਵੇ ਜੀ। ਇਸ ਵਾਰ ਇਹ ਚੀਜ਼ਾਂ ਜਿਹੜੀਆਂ ਨੂੰ ਵੇਖਣ ਨੂੰ ਮਿਲੀਆਂ ਨੇ, ਇਸ ਤਰੀਕੇ ਨਾਲ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ ਨੇ, ਇਹਦੇ ਵਿੱਚ ਮੈਂ ਇਹ ਜ਼ਰੂਰ ਚਾਹਾਂਗਾ ਕਿ ਜਿਸ ਮੁਲਕ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ, ਉੱਥੇ ਇੱਕ ਇਨਕੁਆਇਰੀ ਪ੍ਰੋਪਰ ਇਸ ਦੀ ਬੈਠਣੀ ਚਾਹੀਦੀ ਆ ਕਿ ਉਹ ਕਿਹੜੇ ਤੱਥ ਨੇ ਜਿਨ੍ਹਾਂ ਨੇ ਇਹੋ ਜਿਹੀਆਂ ਘਟਨਾਵਾਂ ਨੂੰ, ਵਾਰਦਾਤ ਨੂੰ ਅੰਜਾਮ ਦਿੱਤਾ ਆ। ਠੀਕ ਆ, ਉਹਦੀ ਇੱਕ ਇਨਕੁਆਇਰੀ ਬੈਠਣੀ ਚਾਹੀਦੀ। ਇਨਕੁਆਇਰੀ ਤੋਂ ਪਹਿਲਾਂ ਹੀ ਕਿਸੇ ਵੀ ਡਿਸੀਜਨ ਤੇ ਪਹੁੰਚ ਜਾਣਾ ਜਿਹੜਾ ਉਹ ਸਹੀ ਨਹੀਂ ਹੋਏਗਾ, ਉਹ ਇਨਕੁਆਇਰੀ ਕਰੇ। ਸੋ ਉਹਦੇ ਬਾਰੇ ਮੈਂ ਸਿਰਫ ਇੰਨੀ ਗੱਲ ਹੀ ਕਹਿਣਾ ਚਾਹਾਂਗਾ। ਦੂਸਰੀ ਗੱਲ ਜਿਹੜੀ ਮੈਂ ਤੁਸੀਂ ਨਹੀਂ ਕੰਡੈਮ ਨਹੀਂ ਕਰਦੇ ਨਾ, ਮੈਂ ਤਾਂ ਉਹੀ ਸਿੱਧੇ ਸ਼ਬਦਾਂ ਵਿੱਚ ਜਾਣਨਾ ਚਾਹ ਰਿਹਾ ਕਿ ਤੁਸੀਂ ਕੰਡੈਮ ਨਹੀਂ ਕਰ ਰਹੇ ਕਿ ਉੱਥੇ ਜੇ ਤਿਰੰਗੇ ਦਾ ਅਪਮਾਨ ਹੋਇਆ ਤਾਂ ਉਹਨੂੰ ਕੰਡੈਮ ਕਰੋ ਨਾ ਸਰ। ਜਦੋਂ ਮੈਂ ਇਸ ਗੱਲ ਦੀ ਸਪੀਚ ਕੀਤੀ ਸੀ, ਮੈਂ ਕੰਡੈਮ, ਦੇਖੋ ਮੈਂ ਕੀਤੀ, ਮੈਂ ਇਹ ਗੱਲ ਸ਼ੁਰੂ ਜਦੋਂ ਸਪੀਚ ਕੀਤੀ ਤੇ ਕੀਤੀ ਸੀ ਵੀ ਵਾਇਲੈਂਸ ਹਰ ਤਰ੍ਹਾਂ ਦੀ ਕੰਡੈਮਨੇਬਲ ਆ, ਬਟ ਉਹਦੇ ਵਿੱਚ ਇੱਕ ਚੀਜ਼ ਆਉਂਦੀ ਹੈ, ਜਦੋਂ ਸਿੱਖਾਂ ਦੇ ਬਾਰੇ ਜਾਂ ਪੰਜਾਬ ਬਾਰੇ ਗੱਲ ਆਉਂਦੀ, ਮੈਂ ਉਹਦੇ ਬਾਰੇ ਆਉਣਾ ਸੀ ਆਪਣੀ ਗੱਲ ਦੇ ਐਂਡ ਤੇ, ਮੈਂ ਉਹਦੇ ਬਾਰੇ ਜ਼ਰੂਰ ਆਪਣਾ ਕਮੈਂਟ ਦੇਵਾਂਗਾ। ਉਸ ਤੋਂ ਪਹਿਲਾਂ ਸਿਰਫ ਇੱਕ ਗੱਲ ਮੈਂ ਕਹਿ ਕੇ ਉੱਥੇ ਆਉਣਾ, ਉਹ ਇਹ ਆ ਕਿ ਯੂਕੇ ਤੇ ਕੈਨੇਡਾ ਦੋ ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਦੇ ਬਿਆਨ ਨੂੰ ਲੈ ਕੇ ਬਹੁਤ ਜ਼ਿਆਦਾ ਤਲਖੀ ਹੈ ਜੀ। ਉਹਨਾਂ ਨੇ ਖਾਲਿਸਤਾਨੀਆਂ ਦੇ ਬਾਰੇ ਆਹ ਕਹਿਤਾ, ਪਰ ਉਹਦੇ ਵਿੱਚ ਅਸੀਂ ਇੱਕ ਚੀਜ਼ ਮਿਸ ਕਰ ਰਹੇ ਹਾਂ। ਉਹ ਐਕਸਟ੍ਰੀਮਿਜ਼ਮ ਨੂੰ ਕਹਿ ਰਹੇ ਨੇ ਜਾਂ ਵਾਇਲੈਂਸ ਨੂੰ ਕੰਡੈਮ ਕਰ ਰਹੇ ਨੇ, ਸੈਪਰੇਟਿਜ਼ਮ ਨੂੰ ਨਹੀਂ ਕਰ ਰਹੇ। ਇਹ ਨਹੀਂ ਕਹਿਣਾ ਚਾਹੀਦਾ ਕਿ ਉਹਨਾਂ ਨੇ ਖਾਲਿਸਤਾਨੀ ਵਿਚਾਰਧਾਰਾ ਨੂੰ ਇਹ ਕਹਿਤਾ ਕਿ ਅਸੀਂ ਉੱਠਣ ਨਹੀਂ ਦੇਵਾਂਗੇ। ਇਹ ਦੋਵੇਂ ਮੁਲਕ, ਕੈਨੇਡਾ ਦੀ ਐਗਜ਼ਾਮਪਲ ਹੁਣੇ ਮੇਰੇ ਤੋਂ ਪਹਿਲਾਂ ਇਹਨਾਂ ਨੇ ਦਿੱਤੀ ਕਿ ਉੱਥੇ ਪੰਜਾਬੀ ਭਾਸ਼ਾ ਮਿਲੇਗੀ, ਉੱਥੇ ਦੀ ਇੱਕ ਐਗਜ਼ਾਮਪਲ ਆ ਕਿ ਕਿਊਬੈਕ ਕੈਨੇਡਾ ਦੇ ਨਾਲ ਨਹੀਂ ਰਹਿਣਾ ਚਾਹੁੰਦਾ। ਉਹ ਹਰ 5-10 ਸਾਲ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਉਹ ਰੈਫਰੈਂਡਮ ਕਰਾਉਂਦੇ ਨੇ ਸ਼ਾਂਤਮਈ ਤਰੀਕੇ ਦੇ ਨਾਲ। ਕੈਨੇਡਾ ਉਹਨਾਂ ਨੂੰ ਮੌਕਾ ਦਿੰਦਾ ਹੈ ਆਪਣੀ ਗੱਲ ਕਰਨ ਦਾ, ਉਹ ਇੱਕ ਸ਼ਾਂਤਮਈ ਤਰੀਕਾ ਹੈ। ਇਵੇਂ ਯੂਕੇ ਦੇ ਨਾਲ ਤੁਸੀਂ ਸਕਾਟਲੈਂਡ ਦਾ ਮਸਲਾ ਵੇਖੋ, ਤੁਸੀਂ ਸਕਾਟਲੈਂਡ ਦੇ ਲੋਕ ਜੇ ਯੂਕੇ ਤੋਂ ਅਲੱਗ ਹੋਣਾ ਚਾਹੁੰਦੇ ਨੇ ਤੇ ਉਹ ਉਹਨਾਂ ਨੂੰ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਕਰਨ ਦਾ, ਆਪਣਾ ਡਿਸੀਜਨ ਲੈਣ ਦਾ ਮੌਕਾ ਦਿੰਦੇ ਨੇ। ਇਹ ਹੁੰਦੀ ਹੈ ਮੈਚੁਰ ਡੈਮੋਕ੍ਰੇਸੀ। ਇੰਡੀਆ ਬੇਸ਼ੱਕ ਪ੍ਰੀਟੈਂਡ ਤੇ ਕਰਦਾ ਹੈ ਕਿ ਮੈਂ ਵੀ ਇੱਕ ਲਾਰਜੈਸਟ ਡੈਮੋਕ੍ਰੇਸੀ ਆਫ ਦੀ ਵਰਲਡ ਆ, ਬਟ ਉਹ ਇਹਨਾਂ ਡੈਮੋਕ੍ਰੇਸੀਜ਼ ਤੋਂ ਸਿੱਖ ਕੇ ਇਹ ਨਹੀਂ ਮੰਨਦਾ ਕਿ ਜੇ ਕਿਤੇ ਐਕਸਟ੍ਰੀਮਿਜ਼ਮ ਜਾਂ ਜਿੱਥੇ ਸੈਪਰੇਟਿਜ਼ਮ ਦੀ ਗੱਲ ਆ, ਚਾਹੇ ਉਹ ਕਸ਼ਮੀਰ ਹੋਵੇ ਤੇ ਚਾਹੇ ਪੰਜਾਬ ਹੋਵੇ ਤੇ ਚਾਹੇ ਨਾਗਾਲੈਂਡ ਹੋਵੇ, ਉੱਥੇ ਤੁਸੀਂ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਸਾਰੀ ਦੁਨੀਆ ਨੇ ਅਪਣਾਇਆ, ਇੱਕ ਪੀਸਫੁਲ ਮੀਨਸ ਰੈਫਰੈਂਡਮ ਦੇ ਰਾਹੀਂ ਤੁਸੀਂ ਲੋਕਾਂ ਦਾ ਰਾਏ ਲੈ ਲਓ। ਜੇ ਪੰਜਾਬ ਦੇ ਲੋਕ ਵੀ ਕਹਿ ਦੇਣਗੇ ਅਸੀਂ ਨਹੀਂ ਵੱਖ ਹੋਣਾ ਤੇ ਸਾਨੂੰ ਮਨਜ਼ੂਰ ਆ, ਅਸੀਂ ਅੱਜ ਵੀ ਕਹਿੰਦੇ ਆ ਕਿ ਅਸੀਂ ਮਨਜ਼ੂਰ ਕਰਾਂਗੇ ਉਸ ਨੂੰ ਖੜੇ ਮਿੱਥੇ। ਪਰ ਜਿਹੜੀ ਗੱਲ ਜਦੋਂ ਇੰਡੀਆ ਇਸ ਗੱਲ ਦੇ ਉੱਤੇ ਆਉਂਦਾ ਹੀ ਨਹੀਂ, ਉਹ ਮੈਂ ਹੁਣ ਸਿਰਫ ਵਾਇਲੈਂਸ ਤੇ ਆ ਕੇ ਗੱਲ ਨਿਬੇੜਾਂ ਜਿਹਦੇ ਬਾਰੇ ਵਾਰ-ਵਾਰ ਕਮੈਂਟ ਹੋਏ ਨੇ। ਮੈਂ ਸਿਰਫ ਵਾਇਲੈਂਸ ਤੇ ਇੱਕ ਕਮੈਂਟ ਕਰ ਦਵਾਂ ਅਖੀਰ ਤੇ। ਗੁਰੂਆਂ ਦੀ ਗੱਲ ਵੀ ਆਈ ਆ, ਔਰ ਗੁਰੂਆਂ ਦੇ ਵਿੱਚੋਂ ਸਾਨੂੰ ਇੱਕ ਗੱਲ ਇਹ ਵੀ ਆਈ ਆ, ਚੂੰ ਕਰ ਅਜ਼ਾ ਮਾਹੀਰ ਤੇ ਦਰਗੁਜਸਤ ਹਲਾਲਸਤ ਬੁਰਦਨ ਬਾ ਸ਼ਮਦੀਰ ਦਸਤ। ਜਦੋਂ ਤੁਸੀਂ ਸਾਰੇ ਰਸਤੇ ਹਰ ਪਾਸਿਓਂ ਤੁਸੀਂ ਪਿਛਲੇ 40-50 ਸਾਲਾਂ ਤੋਂ ਇੱਕ ਕਮਿਊਨਿਟੀ ਨੂੰ ਇਨਸਾਫ ਨਹੀਂ ਦੇ ਰਹੇ, ਉਹਨਾਂ ਦੇ ਰਸਤੇ ਬੰਦ ਕੀਤੇ ਹੋਏ ਆ, ਤੁਸੀਂ ਜੇ ਉਹ ਸ਼ਾਂਤਮਈ ਆਉਂਦੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ, ਤੇ ਜੇ ਉਹ ਫਿਰ ਇੱਕ ਜ਼ਾਹਿਰ ਜਿਹੀ ਗੱਲ ਕਿਤੇ ਨਾ ਕਿਤੇ ਵਾਇਲੈਂਸ ਕਿਸੇ ਨਾ ਕਿਸੇ ਕੁਝ ਹਿੱਸੇ ਵੱਲੋਂ ਜ਼ਰੂਰ ਸਾਹਮਣੇ ਆ ਜਾਂਦੀ ਆ। ਮੈਂ ਫਿਰ ਵੀ ਕਹਿਣਾ ਕਿ ਉਹਦੇ ਵਿੱਚ ਜੇ ਕਿਸੇ ਦੀ ਜਾਨ ਜਾਂਦੀ ਆ ਤੇ ਉਹ ਕੰਡੈਮਨੇਬਲ ਆ, ਹਰ ਜਾਨ ਕੀਮਤੀ ਆ, ਪਰ ਜੇ ਜਾਨ ਦੂਸਰੇ ਪਾਸੇ ਵੀ ਕੀਮਤੀ ਆ ਤੇ ਜਾਨ ਸਿੱਖਾਂ ਦੀ ਤੇ ਪੰਜਾਬੀਆਂ ਦੀ ਵੀ ਕੀਮਤੀ ਆ। ਜੋ ਚੀਜ਼ ਗਲਤ ਉਹ ਗਲਤ ਜਾਨਾਂ ਗਈਆਂ ਨੇ, ਉਹਦੇ ਬਾਰੇ ਵੀ ਜਸਟਿਸ ਨਹੀਂ ਮਿਲਿਆ ਉਹ ਗੱਲ ਹੋਵੇ, ਜਾਂ ਫਿਰ ਜੇ ਵਾਇਲੈਂਸ ਹੁੰਦੀ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋ ਰਹੀ ਹੈ, ਉਹ ਵੀ ਗਲਤ ਹੈ, ਕੰਡੈਮੇਬਲ ਹੈ। ਤੁਸੀਂ ਇਹ ਜ਼ਰੂਰ ਕਹਿ ਦਿੱਤਾ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ, ਗਲਤ ਤੋਂ ਗਲਤ ਹੈ, ਬਟ ਪਹਿਲਾਂ ਜਦੋਂ ਉਹਨੂੰ ਸਟੇਟ ਵਾਇਲੈਂਸ ਕਰਦੀ ਹੈ ਤੇ ਪਹਿਲਾਂ ਉਹ ਗਲਤ ਹੈ, ਬਿਲਕੁਲ ਗਲਤ ਹੈ ਸਰ। ਉਹ ਵੀ ਅੱਜ ਚਰਚਾ ਉਸੇ ਪੁਆਇੰਟ ਦੇ ਉੱਪਰ ਹੋ ਰਹੀ ਹੈ ਕਿ ਵਾਇਲੈਂਸ ਹਰ ਜਗ੍ਹਾ ਤੇ ਕਿਸੇ ਵੀ ਤਰੀਕੇ ਨਾਲ ਹੋਵੇ ਉਹ ਗਲਤ ਹੈ। ਚਲੋ ਮੇਰੇ ਕੋਲ ਸਮਾਂ ਬਹੁਤ ਘੱਟ ਰਹਿ ਗਿਆ ਸਰ, ਮੈਨੂੰ ਕੰਕਲੂਡ ਕਰਨਾ ਹੋਏਗਾ। ਮੈਂ ਇੱਕ ਛੋਟਾ ਰਿਐਕਸ਼ਨ ਲੈਣਾ ਪੀਰ ਮੁਹੰਮਦ ਜੀ ਬਾਹਰ ਕੱਢ ਦਿੰਦੇ ਨੇ ਜੀ, ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਪੀਰ ਮੁਹੰਮਦ ਜੀ, ਸੰਘੇੜਾ ਸਾਹਿਬ ਅਕਾਲੀ ਦਲ ਦਾ ਬਹੁਤ ਜ਼ਿਕਰ ਕਰ ਰਹੇ ਸੀ, ਬਹੁਤ ਛੋਟਾ ਜਵਾਬ ਰੱਖਿਓ ਪਲੀਜ਼, ਮੇਰੀ ਰਿਕੁਐਸਟ ਹੈ। ਔਰ ਪੁਆਇੰਟ ਨੰਬਰ 2 ਕਿ ਵਾਕਈ ਹੀ ਅੱਜ ਦੀ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਕੀ ਵਾਕਈ ਸੋਚਿਆ ਜਾਵੇ, ਜੋ ਬਾਰ-ਬਾਰ ਮੰਡ ਜੀ ਜ਼ਿਕਰ ਕਰ ਰਹੇ ਨੇ ਕਿ ਜਨਤਾ ਨੂੰ ਪੁੱਛ ਲਓ, ਰੈਫਰੈਂਡਮ ਵਰਗੀ ਕੋਈ ਗੱਲ ਕਰ ਲਓ, ਕੋਈ ਚੀਜ਼ ਕਰਵਾ ਲਓ। ਦੇਖੋ, ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਪਸ਼ਟ ਰੂਪ ਵਿੱਚ ਮੈਂ ਫਿਰ ਦੁਬਾਰਾ ਦੁਹਰਾ ਦਿਆਂ ਕਿ ਅਸੀਂ ਜਿਹੜੇ ਪੰਜਾਬ ਦੇ ਹੱਕਾਂ ਹਕੂਕਾਂ ਲਈ ਲੜੇ ਆ, ਲੜਦੇ ਰਹਾਂਗੇ, ਔਰ ਸ਼੍ਰੋਮਣੀ ਅਕਾਲੀ ਦਲ ਪੀਸਫੁਲ ਡੈਮੋਕ੍ਰੈਟਿਕ ਢੰਗ ਤਰੀਕੇ ਜਿਹੜੇ ਆ ਹਮੇਸ਼ਾ ਉਹਨਾਂ ਨੂੰ ਮੁੱਖ ਰੱਖ ਕੇ ਚੱਲਦਾ ਰਿਹਾ ਤੇ ਅੱਗੇ ਵੀ ਚੱਲਦਾ ਰਹੇਗਾ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਦੇਸ਼ ਦੁਨੀਆ ਦੇ ਅੰਦਰ ਸਿੱਖ ਕੌਮ ਦੀਆਂ ਜਿਹੜੀਆਂ ਕੁਰਬਾਨੀਆਂ ਨੇ, ਜੋ
ਸੈਕਰੀਫਾਈਸ ਸਿੱਖ ਕੌਮ ਨੇ ਕੀਤਾ ਜੀ। ਜਿਸ ਵਕਤ ਇਸ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲ ਰਹੀ ਸੀ, ਉਸ ਵਕਤ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ। ਔਰ ਗੁਰੂ ਸਾਹਿਬਾਨ ਨੇ ਜੋ ਸਾਨੂੰ ਸਿਖਾਇਆ ਹੈ, ਜੋ ਸਾਨੂੰ ਹੁਕਮ ਕੀਤਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਸ ਮਿਸ਼ਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਪਹਿਰਾ ਦੇ ਰਿਹਾ। ਲੇਕਿਨ ਇਸ ਦੇਸ਼ ਦੇ ਅੰਦਰ ਘੱਟ ਗਿਣਤੀ ਸਿੱਖ ਕੌਮ ਦੇ ਨਾਲ ਬਹੁਤ ਵੱਡਾ ਅਨਿਆਂ ਹੋਇਆ ਔਰ ਪਹਿਲਾਂ ਕਾਂਗਰਸ ਨੇ ਕੀਤਾ ਔਰ ਮੌਜੂਦਾ ਜਿਹੜੀ ਸਰਕਾਰ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹ ਸਾਨੂੰ ਜਸਟਿਸ ਦੇਵੇ। ਉਹ ਜਸਟਿਸ ਨਹੀਂ ਦੇ ਰਹੀ। ਜਗਦੀਸ਼ ਟਾਈਟਲਰ ਵਰਗੇ, ਅਮਲਨਾਥ ਵਰਗੇ ਦਰਿੰਦੇ ਜਿਹੜੇ ਆ ਅੱਜ ਵੀ ਇਸ ਦੇਸ਼ ਦੇ ਵਿੱਚ ਜੱਡ ਸੁਰੱਖਿਆ ਦੇ ਅਧੀਨ ਘੁੰਮ ਰਹੇ ਨੇ, ਲੇਕਿਨ ਸਰਕਾਰ ਜਿਹੜੀ ਹੈ, ਕਾਨੂੰਨ ਜਿਹੜਾ ਉਹ ਬੇਵਸ ਨਜ਼ਰ ਆ ਰਿਹਾ। ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੈ। ਮੈਂ ਇੱਕ ਬਹੁਤ ਛੋਟਾ ਰਿਐਕਸ਼ਨ ਲਵਾਂਗਾ। ਸੰਧੂ ਸਾਹਿਬ, ਦੇਖੋ ਗੌਰਵ ਜੀ, ਸਾਨੂੰ ਤਾਂ ਇਸ ਸਰਕਾਰ ਤੋਂ ਕੋਈ ਉਮੀਦ, ਕਾਰਨ ਵੇਖੋ ਤੁਸੀਂ, ਮੈਂ ਦੱਸਦਾ ਵੀ ਇਹਨਾਂ ਨੇ ਅੱਜ ਜੇ ਇਹਨਾਂ ਕਿਹਾ ਨਾ, ਤੁਸੀਂ ਵੇਖੋ ਵੀ ਖਾਲਸਾ ਏਡ ਨੇ ਦੁਨੀਆ ਦੇ ਵਿੱਚ ਕਿੰਨਾ ਕੰਮ ਕੀਤਾ ਤੇ ਖਾਲਸਾ ਏਡ ਦੀ ਤਾਰੀਫ ਕਰਨੀ ਪੈਂਦੀ ਸੀ, ਪਰ ਇਹਨਾਂ ਨੇ ਤਾਰੀਫ ਕਰਨ ਦੀ ਬਜਾਏ ਉਹਦੇ ਸਥਾਨਾਂ ਤੇ ਰੇਡ ਕੀਤੀ। ਸਾਨੂੰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੀ ਉਮੀਦ ਆ? ਜਿੱਥੇ ਭਾਰਤੀ ਖਿਡਾਰਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ, ਸਾਨੂੰ ਇਨਸਾਫ ਦੇਣਗੇ। ਜਿੱਥੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ, ਜਿੱਥੇ ਇਹਨਾਂ ਦਾ ਇੱਕ ਮੰਤਰੀ ਉਹਦੇ ਮੁੰਡਾ ਚੀਫ ਨਾਲ ਦਰੜ ਦਿੰਦਾ, ਉਹਨੂੰ ਇਨਸਾਫ ਨਹੀਂ ਮਿਲ ਸਕਿਆ, ਇਹ ਦੂਜੇ ਦੇਸ਼ਾਂ 'ਚ ਇਨਸਾਫ ਦੀ ਗੱਲ ਕਰਦੇ ਨੇ। ਮੈਂ ਫਿਰ ਕਹਿੰਦਾ ਹਿੰਸਾ ਨੂੰ ਅਸੀਂ ਕੰਡੈਮ ਕਰਦੇ ਹਾਂ, ਕੋਈ ਸ਼ੱਕ ਨਹੀਂ, ਪਰ ਗੌਰਵ ਜੀ ਇੱਕ ਲਾਸਟ ਮੇਰੀ ਗੱਲ ਆ, ਉੱਥੇ ਜਿਹੜਾ ਹਰ ਚੀਜ਼ ਦਾ ਨਾ ਐਕਸ਼ਨ ਦਾ ਰਿਐਕਸ਼ਨ ਹੁੰਦਾ। ਜੇ ਅੰਮ੍ਰਿਤਪਾਲ ਵਾਲਾ ਕੇਸ ਇੰਨਾ ਦੇਰ ਨਾ ਲਮਕਦਾ, ਉੱਥੇ ਹਿੰਸਾ ਹੋਣੀ ਨਹੀਂ ਸੀ। ਪ੍ਰਦਰਸ਼ਨ ਠੀਕ ਹੈ ਹੁੰਦੇ ਆਏ ਆ ਪਹਿਲੋਂ, ਪਰ ਜਿਸ ਤਰ੍ਹਾਂ ਦਾ ਇਸ ਤਰ੍ਹਾਂ ਪ੍ਰਦਰਸ਼ਨ ਹੋਇਆ, ਇਸ ਤਰ੍ਹਾਂ ਦਾ ਝੰਡੇ ਸੜ ਗਏ, ਇਸ ਤਰ੍ਹਾਂ ਦਾ ਕਦੀ ਨਹੀਂ ਹੋਇਆ। ਇਹ ਐਕਸ਼ਨ ਦਾ ਰਿਐਕਸ਼ਨ ਸੀ। ਇਹ ਆਮ ਆਦਮੀ ਪਾਰਟੀ ਦੀ ਨਲਾਇਕੀ ਸੀ, ਜੇ ਫੜ ਦੇ ਟਾਈਮ ਨਾਲ ਤੇ ਇਹ ਜਿਹੜਾ ਰਿਐਕਸ਼ਨ ਹੈ ਉੱਥੇ ਹੋਣਾ ਹੀ ਨਹੀਂ ਸੀ, ਪਰ ਇਹ ਐਕਸ਼ਨ ਦਾ ਰਿਐਕਸ਼ਨ ਇਹਨਾਂ ਤੇ ਕਰਕੇ ਹੋਇਆ। ਠੀਕ ਹੈ ਚੰਨੀ ਜੀ, ਇੱਕ ਬਹੁਤ ਲਾਸਟ ਰਿਐਕਸ਼ਨ, ਬਹੁਤ ਛੋਟਾ ਜਿਹਾ ਸਰ ਪਲੀਜ਼, ਬਹੁਤ ਘੱਟ ਟਾਈਮ ਹੈ ਮੇਰੇ ਕੋਲ। ਮੈਂ ਗੌਰਵ ਜੀ ਇਸ ਗੱਲੋਂ ਬੜਾ, ਦੇਖੋ ਵਾਇਲੈਂਸ ਦੀ ਤਾਂ ਚਾਹੇ ਸਟੇਟ ਦੀ ਵਾਇਲੈਂਸ ਹੋਵੇ ਤੇ ਚਾਹੇ ਇੰਡੀਵਿਜੂਅਲ ਦੀ ਹੋਵੇ, ਚਾਹੇ ਸੋਸਾਇਟੀ ਦੀ ਹੋਵੇ, ਉਹ ਤਾਂ ਕੰਡੈਮਨੇਬਲ ਆ ਤੇ ਹਮੇਸ਼ਾ ਕੰਡੈਮ ਹੁੰਦੀ ਆ ਔਰ ਕਰਨੀ ਚਾਹੀਦੀ ਹੈ। ਜਿਹੜੀਆਂ ਗੱਲਾਂ ਮੈਂ ਸੁਣ ਰਿਹਾ, ਚਾਹੇ ਐਸੇ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ, ਚਾਹੇ ਕਾਂਗਰਸ ਵਾਲੇ ਕਹਿ ਰਹੇ ਨੇ, ਤੇ ਜਿਨ੍ਹਾਂ ਦੀ ਦੇਣ ਹੈ ਸਾਰੀ, ਤੇ ਇੰਨੇ 24 ਸਾਲ ਤਾਂ ਇਹਨਾਂ ਨੇ ਬੀਜੇਪੀ ਨਾਲ ਪਾਵਰ ਸ਼ੇਅਰ ਕੀਤੀ, ਉਹ ਤਾਂ ਕੋਈ ਗੱਲ ਨਹੀਂ ਕੀਤੀ। ਤੇ ਜਿਹੜੀ ਗੱਲ ਹੁਣ ਆਪ ਵਾਲੇ ਹੈਗੇ ਨੇ, ਇਹ ਪਿਛਲੇ 1.5 ਸਾਲ ਤੋਂ ਦੇਖ ਲਓ ਵੀ ਕੀ ਲਾਅ ਐਂਡ ਆਰਡਰ ਹੈ ਤੇ ਕਿੱਦਾਂ ਦੇ ਮੁੱਦੇ ਦਾ, ਮੈਂ ਦੁਹਰਾਉਣਾ ਨਹੀਂ ਚਾਹੁੰਦਾ, ਉਹ ਸਾਰਿਆਂ ਨੂੰ ਪਤਾ। ਪਰ ਅਸੀਂ ਜਦੋਂ ਪਤਾ ਕਿ ਅਸੀਂ ਆਪਦੇ ਵੱਲ ਹੀ ਨਹੀਂ ਦੇਖਦੇ, ਅਸੀਂ ਦੂਜੇ ਪਾਸੇ ਦੇਖਦੇ। ਔਰ ਜਿੰਨਾ ਬੀਜੇਪੀ ਨੇ ਇੱਥੇ ਇਨਸ਼ੋਰ ਕੀਤਾ ਹੈਗਾ ਕਿ ਸਾਰੀ ਜਿਹੜੀ ਜਸਟਿਸ ਹੈਗਾ ਜਾਂ ਇਕੁਐਲਿਟੀ ਹੈਗੀ ਹੈ, ਜਾਂ ਪਰ ਇਹ ਨਹੀਂ ਦੇਖਦੇ ਵੀ ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ। ਰਿਪਰੈਜ਼ੈਂਟ ਨਹੀਂ ਕਿਸੇ ਨੂੰ ਕਰਦੇ, ਸਿਰਫ ਆਪਦੀ ਮਰਜ਼ੀ ਦਾ ਜਸਟਿਸ ਭਾਲਦੇ ਨੇ। ਸਾਡੇ ਸਾਰਾ ਸੰਵਿਧਾਨ ਦੇ ਮੁਤਾਬਕ ਜੁਡੀਸ਼ਰੀ ਸੁਪਰੀਮ ਹੈ, ਹਰ ਚੀਜ਼ ਹੈ, ਹਰ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਅਸੀਂ ਉਸ ਗੱਲ ਨੂੰ ਨਹੀਂ, ਅਸੀਂ ਕਹਿੰਦੇ ਵੀ ਮੇਰੇ ਮੁਤਾਬਕ ਜਸਟਿਸ ਹੋਣਾ ਚਾਹੀਦਾ, ਇਹ ਜਸਟਿਸ ਏਦਾਂ ਨਹੀਂ ਹੋ ਸਕਦਾ। ਠੀਕ ਹੈ ਸੰਘੇੜਾ ਸਾਹਿਬ, ਬਹੁਤ ਛੋਟੀ ਸਟੇਟਮੈਂਟ ਆਖਿਰ ਦੇ ਵਿੱਚ। ਮਤਲਬ ਇਹ ਆਮ ਆਦਮੀ ਪਾਰਟੀ ਰੈਫਰੈਂਡਮ ਵਾਲੀ ਮੁੱਦਾ ਵੀ ਹੈ, ਤੁਹਾਨੂੰ ਲੱਗਦਾ ਕਿ ਵਾਕਈ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਕੋਈ ਜ਼ਰੂਰਤ ਹੈ? ਮੈਂ ਇੱਕ ਗੱਲ ਸਪਸ਼ਟ ਕਹਿਣੀ ਚਾਹੁੰਦਾ ਆ, ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਕੋਈ ਨਹੀਂ ਹੈਗੀ। ਖਾਲਿਸਤਾਨ ਦਾ ਉੱਥੇ ਬਾਰ-ਬਾਰ ਨਾਂ ਲੈਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਸੀਗੀ। ਕੋਈ ਇੱਥੇ ਰੈਫਰੈਂਡਮ ਜੇ ਕਰਵਾ ਵੀ ਦਿਓ ਤੁਸੀਂ, ਮੈਂ ਕਹਿੰਦਾ 5% ਵੋਟਾਂ ਵੀ ਨਹੀਂ ਪੈਣੀਆਂ। ਜਿਹੜੀ ਸਪਸ਼ਟ ਗੱਲ ਆਪਾਂ ਨੂੰ ਦਿਸਦੀ ਹੈ, ਸਾਰਿਆਂ ਨੂੰ ਖੁੱਲ੍ਹ ਕੇ ਬੋਲਣੀ ਚਾਹੀਦੀ ਹੈ। ਪਰ ਸੋਸ਼ਲ ਜਸਟਿਸ ਬਹੁਤ ਜ਼ਰੂਰੀ ਹੈ। ਲੋਕਾਂ ਦੇ ਮੂੰਹ 'ਚ ਪੈਟਰੋਲ ਪਾ ਅੱਗਾਂ ਲਾਈਆਂ ਗਈਆਂ, ਬੱਚਿਆਂ ਨੂੰ ਮਾਰਤਾ, ਔਰਤਾਂ ਨੂੰ ਮਾਰਤਾ, ਚਿੱਟੇ ਦਿਨ ਇੰਨੇ ਸਾਲ ਹੋ ਗਏ, ਅਜੇ ਤੱਕ ਚੰਗੀ ਤਰ੍ਹਾਂ ਇਨਸਾਫ ਨਹੀਂ ਮਿਲਿਆ। ਦਿੱਲੀ 'ਚ ਕਤਲੇਆਮ ਹੋਇਆ, ਅਸੀਂ ਉਹ ਦੇਖਿਆ ਆ, ਅਸੀਂ ਲੋਕਾਂ ਨੂੰ ਸੰਭਾਲਿਆ। ਉਹਨਾਂ ਦਿਨਾਂ 'ਚ ਮੈਂ ਸਟੂਡੈਂਟ ਹੁੰਦਾ ਸੀਗਾ, ਸਾਨੂੰ ਪਤਾ ਆ ਅਸੀਂ ਕਿੱਦਾਂ ਸਰਵਾਈਵ ਕੀਤੇ ਆ ਜਜ਼ਬਾਤੀ ਤੌਰ ਤੇ, ਭਈ ਗਲਤ ਪਾਸੇ ਨਹੀਂ ਜਾਣਾ, ਕਿਉਂਕਿ ਸਾਡੇ ਅੰਦਰ ਸਾਡੇ ਘਰਦਿਆਂ ਨੇ ਕੁਛ ਦ੍ਰਿੜਤਾ ਭਰੀ ਹੋਈ ਸੀ। ਅਸੀਂ ਤਾਂ ਨਹੀਂ ਭਾਵਕ ਹੋ ਕੇ ਗਏ, ਅਸੀਂ ਅੱਖੀਂ ਬਹੁਤ ਕੁਛ ਦੇਖਿਆ, ਬਹੁਤ ਵੱਡੇ ਵੱਡੇ ਕਤਲੇਆਮ ਦੇਖੇ ਆ, ਸਰਕਾਰੀ ਅੱਤਵਾਦ ਦੇਖਿਆ, ਗੈਰ ਸਰਕਾਰੀ ਅੱਤਵਾਦ ਦੇਖਿਆ ਆ। ਔਰ ਇਹ ਮੈਂ ਤੁਹਾਨੂੰ ਜਿੱਦਾਂ ਦੱਸਿਆ ਵੀ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਗਿਆ ਰੇਲਵੇ ਸਟੇਸ਼ਨ ਤੇ। ਇਹ ਛੋਟੀਆਂ ਪ੍ਰੋਵੋਕੇਟਿਵ ਗੱਲਾਂ ਨਹੀਂ ਸੀਗੀਆਂ। ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਕਿਹੜੇ ਦਿਨ ਕੀਤਾ ਗਿਆ? ਜਿੱਦਣ ਗੁਰਪੁਰਬ ਸੀਗਾ। ਸਭ ਤੋਂ ਵੱਧ ਬੱਚੇ, ਔਰਤਾਂ, ਬਜ਼ੁਰਗ, ਹਰ ਤਰ੍ਹਾਂ ਦੀ ਸਧਾਰਨ ਸੰਗਤ ਸੀਗੀ ਉੱਥੇ। ਲਾਸ਼ਾਂ ਦੇ ਢੇਰ ਵਿਛਾਏ ਗਏ। ਮਤਲਬ ਸੋਸ਼ਲ ਜਸਟਿਸ ਨਹੀਂ ਮਿਲ ਰਿਹਾ ਸੀ, ਉਸ ਦਾ ਉਹ ਨਤੀਜਾ ਸੀ। ਦੇਖੋ ਸਧਾਰਨ ਮੰਗਾਂ ਸਾਰੀਆਂ, ਜਿਹੜੇ ਸਾਰਾ ਮੁਲਕ ਆਪਣੇ ਆਪਣੇ ਖਿੱਤਿਆਂ ਲਈ ਮੰਗ ਕਰਦਾ ਸੀਗਾ, ਉਦਾਂ ਦੀਆਂ ਮੰਗਾਂ ਸੀਗੀਆਂ। ਸੋਸ਼ਲ ਜਸਟਿਸ ਨਹੀਂ ਹੋਇਆ, ਤਸ਼ੱਦਦ ਕੀਤਾ ਗਿਆ। ਪੰਜਾਬੀਆਂ ਨੂੰ ਆਮ ਤੌਰ ਤੇ, ਸਿੱਖਾਂ ਨੂੰ ਖਾਸ ਤੌਰ ਤੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ ਵੋਟਾਂ ਬਟੋਰਨ ਲਈ। ਈਵਨ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਵੀ ਨੈਗੇਟਿਵ ਸੀਗੀ।
ਬਾਦਲ ਸਾਹਿਬ ਖਾੜਕੂਆਂ ਦੇ ਭੋਗਾਂ ਤੇ ਜਾਂਦੇ ਰਹੇ ਆ, ਉਹਨਾਂ ਦੇ ਕਤਲੇਆਮ ਠੀਕ ਹੈ, ਚਲੋ ਬਹੁਤ ਕੁਝ ਅਜਿਹਾ ਹੋਇਆ ਜਿਹੜਾ ਸ਼ਾਇਦ ਨਹੀਂ ਹੋਣਾ ਚਾਹੀਦਾ ਸੀ। ਮੇਰਾ ਇੱਕੋ ਹੀ ਗੱਲ ਹੈ ਕਿ ਸਿਆਸੀ ਲੋਕਾਂ ਨੂੰ ਵੋਟਾਂ ਖਾਤਰ ਆਮ ਲੋਕਾਂ 'ਚ ਫਿੱਕ ਨਹੀਂ ਪਾਉਣਾ ਚਾਹੀਦਾ। ਧਰਮ ਦੀ ਵਰਤੋਂ, ਜਾਤ ਪਾਤ ਦੀ ਵਰਤੋਂ, ਲੋਕਾਂ ਨੂੰ ਵੰਡੀਆਂ ਪਾ ਕੇ ਪੋਲਰਾਈਜੇਸ਼ਨ ਕਰਕੇ ਵੋਟ ਨਹੀਂ ਲੈਣੀ ਚਾਹੀਦੀ। ਸਭ ਧਰਮਾਂ ਦਾ ਬਰਾਬਰ ਸਤਿਕਾਰ ਹੋਣਾ ਚਾਹੀਦਾ। ਲੋਕਾਂ ਦੇ ਮੁੱਦਿਆਂ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਰਦੀ ਹੈ ਕਿ ਸਕੂਲਾਂ ਦੇ ਨਾਮ ਤੇ, ਸਕੂਲਾਂ ਨੂੰ ਸੁਧਾਰਨ ਦੇ ਨਾਮ ਤੇ, ਸਿਹਤ ਸਹੂਲਤਾਂ ਦੇਣ ਦੇ ਨਾਮ ਤੇ, ਮੁੱਦਿਆਂ ਤੇ ਚਲੋ ਠੀਕ ਹੈ ਸਰ, ਉਮੀਦ ਹੈ ਕਿ ਪੋਲੀਟੀਕਲ ਤੌਰ ਦੇ ਉੱਤੇ ਉਸ ਤਰੀਕੇ ਨਾਲ ਗੱਲ ਹੋਵੇ। ਮੈਂ ਵਿਚਾਲੇ ਰੋਕ ਰਿਹਾ, ਤੁਹਾਨੂੰ ਬਹੁਤ ਬਹੁਤ ਧੰਨਵਾਦ, ਮਾਫੀ ਚਾਹੂੰਗਾ ਵਿਚਾਲੇ ਰੋਕਣ ਦੇ ਲਈ। ਸੰਘੇੜਾ ਸਾਹਿਬ ਧੰਨਵਾਦ, ਮੰਡ ਜੀ ਤੁਹਾਡਾ ਵੀ, ਪੀਰ ਮੁਹੰਮਦ ਸਾਹਿਬ ਤੁਹਾਡਾ ਵੀ, ਚੰਨੀ ਜੀ ਤੁਹਾਡਾ ਵੀ ਧੰਨਵਾਦ, ਸੰਧੂ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਜੋ ਸੰਘੇੜਾ ਸਾਹਿਬ ਨੇ ਆਖਰ ਦੇ ਵਿੱਚ ਲਾਈਨ ਕਹੀ ਹੈ ਉਹ ਕਹਿਣੀ ਹੋਏਗੀ ਸਾਨੂੰ ਸਾਰਿਆਂ ਨੂੰ ਕਿ ਜੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਕੋਈ ਵਜੂਦ ਨਹੀਂ ਜਾਂ ਖਾਲਿਸਤਾਨ ਦਾ ਕੋਈ ਜ਼ਿਕਰ ਨਹੀਂ ਤਾਂ ਖੁੱਲ੍ਹ ਕੇ ਬੋਲੀਏ, ਉਹ ਚਾਹੇ ਪੋਲੀਟੀਕਲ ਲੋਕ ਹੋਣ ਚਾਹੇ ਆਮ ਲੋਕ ਹੋਣ, ਕਿ ਵਾਕਈ ਹੀ ਨਹੀਂ ਇੱਥੇ ਕਿਸੇ ਨੂੰ ਜ਼ਰੂਰਤ ਕੋਈ ਰੈਫਰੈਂਡਮ ਦੀ। ਜੇ ਅਸੀਂ ਪੰਜਾਬੀ ਹਾਂ ਜਾਂ ਅਸੀਂ ਭਾਰਤੀ ਹਾਂ ਤਾਂ ਅਸੀਂ ਪੰਜਾਬ ਦੀ ਤੇ ਭਾਰਤ ਦੀ ਗੱਲ ਕਰਾਂਗੇ, ਔਰ ਜੇ ਵਿਦੇਸ਼ ਦੇ ਵਿੱਚ ਭਾਰਤੀ ਅੰਬੈਸੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਫਿਰ ਉਸ ਦੇ ਖਿਲਾਫ ਵੀ ਬੋਲਾਂਗੇ, ਕਿਉਂਕਿ ਜੇ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਗੱਲ ਪੰਜਾਬ ਦੀ ਕਰ ਰਹੇ ਹਾਂ ਤਾਂ ਇੱਥੇ ਅਮਨ ਸ਼ਾਂਤੀ ਤੇ ਇੱਥੇ ਵਿਕਾਸ ਦੀ ਗੱਲ ਕਰ ਰਹੇ ਹਾਂ। ਪਰ ਉਮੀਦ ਕਰਦੇ ਹਾਂ ਕਿ ਇਹ ਮੈਸੇਜ ਜਿਹੜਾ ਬ੍ਰਿਟਨ ਦੇ ਪ੍ਰਧਾਨ ਮੰਤਰੀ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਹੈ ਇਹ ਉਹਨਾਂ ਤੱਕ ਵੀ ਪਹੁੰਚੇਗਾ ਜਿਨ੍ਹਾਂ ਦੀ ਦੁਕਾਨ ਸਿਰਫ ਇਸੇ ਗੱਲ ਪਿੱਛੇ ਚੱਲ ਰਹੀ ਹੈ ਕਿ ਕਿਸ ਤਰੀਕੇ ਨਾਲ ਨੌਜਵਾਨਾਂ ਨੂੰ ਵਰਗਲਾਇਆ ਜਾਵੇ, ਕਿਸ ਤਰੀਕੇ ਨਾਲ ਸਟੇਟ ਦਾ ਮਾਹੌਲ ਖਰਾਬ ਕੀਤਾ ਜਾਵੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ।